ਕਿਹਨੇ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਆਪਣੇ ਜਹਾਜ਼ ਜਿਹੜੇ ਆ ਮੁਹੱਈਆ ਕਰਵਾਓ ਤੇ ਤੁਹਾਨੂੰ ਪੈਸੇ ਪੂਰੇ ਦੇ ਦਿੱਤੇ ਜਾਣਗੇ? ਮਾਰਚ ਦੇ ਮਹੀਨੇ ਦੇ ਵਿੱਚ ਮੈਨੂੰ ਜਿਹੜੇ ਕੈਪਟਨ ਅਮਰਿੰਦਰ ਦੇ ਐਵੀਏਸ਼ਨ ਐਡਵਾਈਜ਼ਰ ਸੀ ਕਰਨਲ ਆਰਪੀਐਸ ਮਹਿਲ, ਉਹਨੇ ਮੈਨੂੰ ਫੋਨ ਕੀਤਾ ਕਿ ਵੀ ਕੈਪਟਨ ਸਾਹਿਬ ਵਾਸਤੇ ਜਹਾਜ਼ ਚਾਹੀਦਾ ਕਿਉਂਕਿ ਜਹਾਜ਼ ਕੋਈ ਮਿਲ ਨਹੀਂ ਰਹੇ ਤੇ ਸਰਕਾਰੀ ਮਸ਼ੀਨਰੀ ਦੇ ਕਾਂਟ ਯੂਜ਼। ਸੋ ਮੈਂ ਕਿਹਾ ਸਰ ਮੇਰੇ ਕੋਲ ਤਾਂ ਜਹਾਜ਼ ਇਸ ਟਾਈਮ ਹੈ ਨਹੀਂ, ਮੇਰੇ ਜਹਾਜ਼ ਤੋਂ ਤੇਲੰਗਾਨਾ ਫਲਾਈ ਕਰ ਰਹੇ ਆ। ਇਹਨਾਂ ਨੂੰ ਮੈਨੂੰ ਕਿਹਾ ਵੀ ਜੋ ਮਰਜ਼ੀ ਹੈ ਤੁਸੀਂ ਮੰਗਾਓ, ਸਾਰੀ ਪੇਮੈਂਟ ਅਸੀਂ ਰਜਿੰਦਰ ਗੁਪਤਾ ਕਰੇਗਾ, ਅਸੀਂ ਕੰਪਨਸੇਸ਼ਨ ਵੀ ਪੇ ਕਰਾਂਗੇ। ਇਹਨਾਂ ਨੇ ਕੈਪਟਨ ਸਾਹਿਬ ਨੂੰ ਫੋਨ ਤੇ ਮੇਰੀ ਗੱਲ ਵੀ ਕਰਵਾਈ ਤੇ ਕਿਹਾ ਵੀ 23 ਅਪ੍ਰੈਲ ਨੂੰ ਸਾਨੂੰ ਜਹਾਜ਼ ਚਾਹੀਦਾ ਹੈ ਤੇ ਤੁਸੀਂ ਉਹ ਜਹਾਜ਼ ਮੰਗਾ ਲਓ, ਐਗਰੀਮੈਂਟ ਵਗੈਰਾ ਡਰਾਫਟ ਕਰ ਲਓ। ਤੇ ਆਈ ਸੈਡ ਓਕੇ ਫਾਈਨ, ਐਜ਼ ਅ ਫੇਥ ਬੀਇੰਗ ਇਹ ਮੇਰਾ ਸੀਨੀਅਰ ਸੀ, ਮੈਂ ਕਰਤਾ। 23 ਤਰੀਕ ਨੂੰ ਜਹਾਜ਼ ਵੀ ਆ ਗਿਆ। ਪਿੱਛੇ ਫਲਾਈਂਗ ਹੁੰਦੀ ਰਹੀ, ਪੈਸੇ ਕੁਝ ਆਇਆ ਕੁਝ ਨਹੀਂ ਆਇਆ। ਮੇਰੇ ਕੋਲ ਸਾਰੇ ਪ੍ਰੂਫਸ ਨੇ, ਚੈਟਸ ਨੇ ਰਜਿੰਦਰ ਗੁਪਤਾ ਦੀਆਂ ਤੇ ਬਹਿਲ ਦੀਆਂ ਤੇ ਚਹਿਲ ਦੀਆਂ। ਤੇ ਜਦ ਮੈਂ ਵਾਪਸ ਆਇਆ, ਜਦ ਮੈਂ ਇਹਨਾਂ ਤੋਂ ਆਪਣਾ ਬਕਾਇਆ ਮੰਗਿਆ ਤੇ ਇਹਨਾਂ ਨੇ ਮੇਰੀ ਫੋਨ ਸਵਿਚ ਆਫ ਕਰਤੇ, ਨਾ ਮੇਰੇ ਨਾਲ ਗੱਲ ਕੀਤੀ। ਕਿੰਨੀ ਵਾਰ ਫਲਾਈ ਹੋਇਆ, ਕਿੰਨਾ ਰਿਕਾਰਡ? ਉਹ ਤਕਰੀਬਨ 25 ਦਿਨ 27-28 ਦਿਨ ਫਲਾਈ ਹੁੰਦਾ ਰਿਹਾ। ਇਹ ਜ਼ੁਬਾਨੀ ਕਲਾਮੀ ਸਮਝੌਤਾ ਸੀਗਾ ਉਸ ਵੇਲੇ? ਨਹੀਂ, ਉਦੋਂ ਤਾਂ ਮਤਲਬ ਗੱਲਬਾਤ ਉਹਨਾਂ ਦੇ ਘਰ ਜ਼ਬਾਨੀ ਸੀਗੀ, ਪਰ ਉਸ ਤੋਂ ਬਾਅਦ ਐਗਰੀਮੈਂਟ ਮੈਂ ਇਹਨਾਂ ਨੂੰ ਦੇਤਾ ਸੀ ਸਾਈਨ ਕਰਕੇ। ਰਜਿੰਦਰ ਗੁਪਤਾ ਜਿਹੜਾ ਹੈ ਉਹ ਮੇਰੇ ਤੇ ਝੂਠੇ ਕੇਸ ਪਾਤੇ ਉਹਨਾਂ ਨੇ ਦੋ ਕਿ ਇਹਨੇ ਮੇਰੇ ਤੋਂ ਪੈਸੇ ਲੈਣੇ ਆ। ਰਜਿੰਦਰ ਗੁਪਤਾ ਕਹਿੰਦਾ ਮੈਂ ਲੈਣੇ ਇਹ ਤੋਂ ਪੈਸੇ। ਮੈਂ ਕਿਹਾ ਜੀ ਕੋਈ ਰਿਟਨ ਐਗਰੀਮੈਂਟ, ਕੋਈ ਆਰਗੂਮੈਂਟ ਕੋਈ ਦਿਖਾਓ ਜਿੱਥੇ ਮੈਂ ਤੁਹਾਡੇ ਤੋਂ ਮੰਗੇ ਆ। ਜਿਹੜਾ ਇਹਨੇ ਝੂਠਾ ਕੇਸ ਮੇਰੇ ਲੁਧਿਆਣੇ ਪਾਇਆ ਸੀ ਉਹ ਤਾਂ ਡਿਸਮਿਸ ਕਰਤਾ ਜੱਜ ਨੇ। ਬਰਨਾਲੇ ਇਹਨੇ ਇੱਕ ਹੋਰ ਪਾਇਆ, ਨਾਲੇ ਮੈਨੂੰ ਧਮਕੀਆਂ ਵੀ ਦਿੱਤੀਆਂ ਜੀ ਤੁਹਾਡਾ ਐਕਸੀਡੈਂਟ ਹੋ ਜਾਏਗਾ। ਇਹ ਮੈਨੂੰ ਮਹਿਲ ਨੇ ਕਿਹਾ, ਰਜਿੰਦਰ ਗੁਪਤਾ ਦੇ ਜਿਹੜਾ ਬੰਦਾ ਉਹਨੇ ਕਿਹਾ ਵੀ ਤੁਸੀਂ ਵੱਡੇ ਵੱਡੇ ਬੰਦਿਆਂ ਨਾਲ ਪੰਗਾ ਲੈ ਰਹੇ ਹੋ। ਲੱਗਦਾ ਕਿ ਚਿੰਤਾ ਦੀ ਗੱਲ ਹੈ ਕਿ ਦੇਸ਼ ਦੇ ਲਈ ਜਿਹੜਾ ਬੰਦਾ ਇੰਨੀ ਮਿਹਨਤ ਕਰਦਾ ਰਿਹਾ ਹੋਵੇ, ਜੇ ਉਹਨੇ ਬਾਅਦ ਵਿੱਚ ਆਪਣਾ ਬਿਜ਼ਨਸ ਖੋਲ੍ਹਿਆ ਤਾਂ ਉਹਨੂੰ ਇਸ ਤਰੀਕੇ ਨਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਅਸੀਂ ਸ਼ਰਮਿੰਦਾ ਹਾਂ ਆਪਣੇ ਦੇਸ਼ ਤੋਂ, ਆਪਣੇ ਰਾਜਸੀ ਲੋਕਾਂ ਤੋਂ ਕਿ ਜੇ ਤੁਸੀਂ ਆਟੋ ਨੂੰ ਵੀ ਹੱਥ ਦਿਓ ਨਾ, ਜਿਹੜੀ ਸਵਾਰੀ ਬੈਠਦੀ ਹੈ, ਮੰਨ ਲਓ ਤੁਸੀਂ ਆਟੋ 'ਚ ਬੈਠਣਾ ਤਾਂ 20 ਰੁਪਏ ਜੇ ਲੱਗਦੇ ਆ ਚੰਡੀਗੜ੍ਹ ਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਾਸਤੇ। ਮੈਂ ਜ਼ਿੰਮੇਵਾਰੀ ਲਈ ਕਿ ਬੈਠੋ ਭਾਜੀ ਤੁਸੀਂ, ਹੈ ਨਾ, ਮੈਂ ਪੈਸੇ ਨਹੀਂ ਦਿੱਤੇ ਤਾਂ ਸਵਾਰੀ ਤੁਸੀਂ ਡਰਾਈਵਰ ਨੂੰ ਪੈਸੇ ਦੇਣੇ ਹੁੰਦੇ। ਹੁਣ ਇੱਥੇ ਸਵਾਰੀ ਕੈਪਟਨ ਅਮਰਿੰਦਰ ਹੈ। ਜੀ ਇਹ ਲੱਗਦਾ ਕਿ ਇਦਾਂ ਦੀਆਂ ਜਦੋਂ ਚੀਜ਼ਾਂ ਸਾਹਮਣੇ ਆਉਂਦੀਆਂ ਤਾਂ ਸਿਆਸਤਦਾਨਾਂ ਦੀ ਜਿਹੜੇ ਕਿਰਦਾਰ ਨੇ ਉਹਨਾਂ ਤੇ ਵੱਡਾ ਇੱਕ ਸਵਾਲੀਆ ਨਿਸ਼ਾਨ ਲੱਗ ਜਾਂਦਾ ਕਿ ਸਿਆਸਤਦਾਨਾਂ ਦਾ ਜਿਹੜਾ ਕਿਰਦਾਰ ਆ ਲਗਾਤਾਰ ਪੰਜਾਬ ਦੇ ਵਿੱਚ ਹੇਠਾਂ ਡਿੱਗਦਾ ਜਾ ਰਿਹਾ। ਤੁਸੀਂ ਸਿਆਸਤ ਦੇ ਵਿੱਚ ਆ ਕੇ ਠੱਗੀਆਂ ਮਾਰਦੇ ਆ, ਚੋਰੀਆਂ ਕਰਦੇ ਆ, ਲੁੱਟਦੇ ਆ। ਯਾਰ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੇ, ਤੁਸੀਂ ਆਪਣੇ ਆਰਮੀ ਅਫਸਰ ਨੂੰ ਛੱਡ ਦਿਓ ਯਾਰ, ਉਹਦੇ ਪੈਸੇ ਦੇ ਦਿਓ ਨਾ। ਕੈਪਟਨ ਸਾਹਿਬ ਇੱਜ਼ਤ ਤੁਹਾਡੀ ਦਾ ਸਵਾਲ ਹੈ, ਤੁਹਾਡੀ ਇੱਜ਼ਤ ਹੈ ਤੇ ਦੁਨੀਆ ਦੇ ਵਿੱਚ ਦੋ ਚਾਰ ਚੀਜ਼ਾਂ ਨੇ ਜਿਹੜੀਆਂ ਚਲੀਆਂ ਜਾਣ ਵਾਪਸ ਨਹੀਂ ਆਉਂਦੀਆਂ। ਇੱਜ਼ਤ ਸਭ ਤੋਂ ਉੱਤੇ ਹੈ। ਤੁਸੀਂ ਜੋ ਇੱਜ਼ਤ ਬਣਾਈ ਹੁਣ ਗਵਾ ਵੀ ਕਾਫੀ ਚਾਹੀਦੀ, ਜਿਹੜੀ ਥੋੜੀ ਬਚੀ ਰਹਿ ਗਈ ਉਹਨੂੰ ਵੀ ਬਚਾ ਲਓ। ਫਿਰ ਦੈਨ ਵਰਸਟ ਪਾਰਟ ਇਜ਼ ਪੈਸੇ ਤੁਸੀਂ ਦੇਣੇ ਨੇ ਤੇ ਮੰਗਣੇ ਨਾ ਤੁਹਾਡੀਓ ਤੇ ਕਿਹੜੀ ਗੱਲ ਦੇ? ਕੁੱਲ ਅਦਾਇਗੀ ਕਿੰਨੀ ਹੋਣੀ ਸੀ, ਤੁਹਾਨੂੰ ਕਿੰਨੀ ਅਦਾਇਗੀ ਹੋਗੀ ਜਾਂ ਕਿੰਨੀ? ਮੇਰੀ ਟੋਟਲ 7 ਕਰੋੜ ਦੇ ਕਰੀਬ ਬਣਦੀ ਸੀ। 5 ਕਰੋੜ 50 ਲੱਖ ਮੈਨੂੰ ਰਜਿੰਦਰ ਗੁਪਤਾ ਦੀ ਕੰਪਨੀਆਂ ਨੇ ਬੈਂਕ 'ਚ ਟ੍ਰਾਂਸਫਰ ਕੀਤੇ ਆ, ਜਿਹੜੇ ਕਿ ਪ੍ਰੂਫ ਅਵੇਲੇਬਲ ਨੇ। ਜਿਹੜੇ 2 ਕਰੋੜ ਰਹਿ ਗਏ ਸੀ ਉਹਨਾਂ ਨੇ ਮਨਾ ਕਰਤਾ ਮੈਨੂੰ। ਹੁਣ ਉਹ ਇੰਟਰਸਟ ਲਗਾ ਕੇ ਇੰਨੇ ਸਾਲ 'ਚ 3 ਕਰੋੜ ਤੋਂ ਉੱਪਰ ਹੋ ਗਏ ਪੈਸੇ। ਲੱਗਦਾ ਕਿ ਸਾਰਾ ਬਿਜ਼ਨਸ ਵੀ ਤੁਹਾਡਾ ਉਸ ਕਰਕੇ ਹਿੱਲਿਆ ਹੋਇਆ? ਮੇਰਾ ਪੂਰਾ ਬਿਜ਼ਨਸ ਹੀ ਬੰਦ ਹੋ ਗਿਆ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਅਸੀਂ ਵੱਖ-ਵੱਖ ਸਮੇਂ ਤੇ ਤੁਹਾਡੇ ਨਾਲ ਵੱਖ-ਵੱਖ ਅਫਸਰ ਸ਼ਾਹਾਂ ਦੀ ਗੱਲ ਕਰਦੇ ਰਹੇ ਹਾਂ। ਅੱਜ ਕੁਝ ਅਫਸਰ ਸਹਿਬਾਨ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਵੱਖ-ਵੱਖ ਸਮੇਂ ਤੇ ਦੇਸ਼ ਦੇ ਲਈ ਵੱਖ-ਵੱਖ ਥਾਵਾਂ ਤੇ ਜਾ ਕੇ ਆਪਣੀ ਭੂਮਿਕਾ ਨਿਭਾਈ, ਜਾਨ ਤੇ ਖੇਡੇ। ਪਰ ਇਸ ਵੇਲੇ ਜਿਹੜੇ ਹਾਲਾਤ ਨੇ, ਜੇ ਰੋਜ਼ਗਾਰ ਪੈਦਾ ਕਰ ਰਹੇ ਨੇ ਜਾਂ ਕੰਮ ਕਰ ਰਹੇ ਨੇ ਤਾਂ ਇਹਨਾਂ ਦੇ ਨਾਲ ਵੀ ਧੋਖੇ ਧੜੀਆਂ ਹੋ ਰਹੀਆਂ ਨੇ। ਬੜੀ ਹੈਰਾਨੀ ਦੀ ਗੱਲ ਹੈ ਕਿ ਫੌਜ ਦੇ ਵਿੱਚ ਇੰਨੀ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਵੀ ਇਹਨਾਂ ਨੂੰ ਵੱਖ-ਵੱਖ ਥਾਵਾਂ ਤੇ ਧੋਖਿਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇੱਕ ਬੜੀ ਅਹਿਮ ਚੀਜ਼ ਹੈ ਕਿ ਸਿਆਸਤ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਨੇ ਤਾਂ ਇਹ ਬੜੀਆਂ ਚੀਜ਼ਾਂ ਸਮਝਣ ਵਾਲੀਆਂ ਕਿ ਸਿਆਸਤ ਕਿਸ ਤਰੀਕੇ ਨਾਲ ਬੰਦੇ ਨੂੰ ਯੂਜ਼ ਐਂਡ ਥਰੋ ਕਰਦੀ ਹੈ। ਇਸ ਵਕਤ ਸਾਡੇ ਨਾਲ ਲੈਫਟੀਨੈਂਟ ਕਰਨਲ ਮੌਜੂਦ ਨੇ, ਇੱਧਰਲੇ ਪਾਸੇ ਕੈਪਟਨ ਸਾਹਿਬ ਮੌਜੂਦ ਨੇ, ਸਾਡੇ ਨਾਲ ਵੱਖ-ਵੱਖ ਆਗੂ ਜਿਹੜੇ ਨੇ, ਕਿਉਂਕਿ ਵੱਖ-ਵੱਖ ਸਮਿਆਂ ਤੇ ਇਹ ਵੱਖ-ਵੱਖ ਭੂਮਿਕਾ ਨਿਭਾਉਂਦੇ ਰਹੇ ਨੇ। ਅੱਜ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ ਮਕਸਦ ਇਹ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ 2019 ਦੇ ਝੂਟੇ ਜਿਹੜੇ ਨੇ ਉਹ ਕਾਫੀ ਮਸ਼ਹੂਰ ਹੋਏ ਸੀ ਉਸ ਵੇਲੇ ਕਿ ਕੈਪਟਨ ਸਾਹਿਬ ਹਵਾਈ ਝੂਟੇ ਲੈ ਕੇ ਇੱਕ ਥਾਂ ਤੋਂ ਦੂਜੀ ਥਾਂ ਜਾ ਰਹੇ ਨੇ, ਪ੍ਰਚਾਰ ਕਰ ਰਹੇ ਨੇ। ਪਰ ਉਸ ਦੌਰਾਨ ਜਿਹੜੇ ਜਹਾਜ਼ ਵਰਤੇ ਗਏ ਜਾਂ ਹੈਲੀਕਾਪਟਰ ਵਰਤੇ ਗਏ ਉਹ ਕਿਉਂਕਿ ਅਨਿਲ ਰਾਜ ਉਹਨਾਂ ਦੇ ਸੀਗੇ, ਇਹਨਾਂ ਦੇ ਨਾਲ ਕਮਿਟਮੈਂਟ ਹੋਈ ਸੀ ਕਿ ਤੁਹਾਨੂੰ ਖਰਚਾ ਪੂਰਾ ਦਿੱਤਾ ਜਾਊਗਾ, ਪਰ 3 ਕਰੋੜ ਦੇ ਬਕਾਇਆ ਰਾਸ਼ੀ ਜਿਹੜੀ ਆ ਉਹ ਪਈ ਹੈਗੀ ਹੈ। ਲੰਮਾ ਸਮਾਂ ਹੋ ਗਿਆ ਸੰਘਰਸ਼ ਕਰਦੇ ਨੂੰ, ਆਖਿਰਕਾਰ ਅਦਾਲਤਾਂ ਦਾ ਰੁਖ ਕਰਨਾ ਪੈ ਰਿਹਾ। ਅਨਿਲ ਰਾਜ ਜੀ, ਇਹ ਜੇ ਸਮਝਣ ਦੀ ਕੋਸ਼ਿਸ਼ ਕਰੀਏ, ਤੁਹਾਡੇ ਨਾਲ ਗੱਲਬਾਤ ਕਿਹਦੀ ਹੋਈ ਸੀ? ਕਿਹਨੇ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਆਪਣੇ ਜਹਾਜ਼ ਜਿਹੜੇ ਆ ਮੁਹੱਈਆ ਕਰਵਾਓ ਤੇ ਤੁਹਾਨੂੰ ਪੈਸੇ ਪੂਰੇ ਦੇ ਦਿੱਤੇ ਜਾਣਗੇ? ਇਹ ਜੀ 2019 ਦੇ ਲੋਕ ਸਭਾ ਇਲੈਕਸ਼ਨ ਦੀ ਗੱਲ ਹੈ।
ਕਿ ਮਾਰਚ ਦੇ ਮਹੀਨੇ ਦੇ ਵਿੱਚ ਮੈਨੂੰ ਜਿਹੜੇ ਕੈਪਟਨ ਅਮਰਿੰਦਰ ਦੇ ਐਵੀਏਸ਼ਨ ਐਡਵਾਈਜ਼ਰ ਸੀ ਕਰਨਲ ਆਰਪੀਐਸ ਮਹਿਲ, ਉਹ ਫੌਜ ਦੇ ਵਿੱਚ ਮੇਰਾ ਸੀਨੀਅਰ ਸੀ। ਉਹਨੇ ਮੈਨੂੰ ਫੋਨ ਕੀਤਾ ਕਿ ਵੀ ਕੈਪਟਨ ਸਾਹਿਬ ਵਾਸਤੇ ਜਹਾਜ਼ ਚਾਹੀਦਾ ਕਿਉਂਕਿ ਜਹਾਜ਼ ਕੋਈ ਮਿਲ ਨਹੀਂ ਰਹੇ ਤੇ ਸਰਕਾਰੀ ਮਸ਼ੀਨਰੀ ਦੇ ਕਾਂਟ ਯੂਜ਼। ਸੋ ਮੈਂ ਕਿਹਾ ਸਰ ਮੇਰੇ ਕੋਲ ਤਾਂ ਜਹਾਜ਼ ਇਸ ਟਾਈਮ ਹੈ ਨਹੀਂ, ਮੇਰੇ ਜਹਾਜ਼ ਤੋਂ ਤੇਲੰਗਾਨਾ ਫਲਾਈ ਕਰ ਰਹੇ ਆ। ਇਹਨਾਂ ਨੇ ਮੈਨੂੰ ਕਿਹਾ ਤੁਸੀਂ ਰਜਿੰਦਰ ਗੁਪਤਾ ਦੇ ਘਰ ਆ ਜਾਓ ਸ਼ਾਮ ਨੂੰ, ਸੈਕਟਰ 9 ਦੇ ਵਿੱਚ ਟਰਾਈਡੈਂਟ ਦਾ ਜਿਹੜਾ ਓਨਰ ਹੈ। ਮੈਂ ਉਹਦੇ ਘਰ ਚਲਾ ਗਿਆ, ਉੱਥੇ ਕਰਨਲ ਮਹਿਲ ਮੈਨੂੰ ਲੈ ਕੇ ਗਿਆ ਤੇ ਉੱਥੇ ਭਰਤਿੰਦਰ ਸਿੰਘ ਚਾਹਲ ਸੀ, ਇੱਕ ਦੀਪਕ ਨੰਦਾ ਸੀ, ਰਜਿੰਦਰ ਗੁਪਤਾ ਸੀ। ਇਹਨਾਂ ਨੂੰ ਮੈਨੂੰ ਕਿਹਾ ਵੀ ਜੋ ਮਰਜ਼ੀ ਹੈ ਤੁਸੀਂ ਮੰਗਾਓ, ਸਾਰੀ ਪੇਮੈਂਟ ਅਸੀਂ ਰਜਿੰਦਰ ਗੁਪਤਾ ਕਰੇਗਾ, ਅਸੀਂ ਕੰਪਨਸੇਸ਼ਨ ਵੀ ਪੇ ਕਰਾਂਗੇ। ਇਹਨਾਂ ਨੇ ਕੈਪਟਨ ਸਾਹਿਬ ਨੂੰ ਫੋਨ ਤੇ ਮੇਰੀ ਗੱਲ ਵੀ ਕਰਵਾਈ ਤੇ ਕਿਹਾ ਵੀ 23 ਅਪ੍ਰੈਲ ਨੂੰ ਸਾਨੂੰ ਜਹਾਜ਼ ਚਾਹੀਦਾ ਹੈ ਤੇ ਤੁਸੀਂ ਉਹ ਜਹਾਜ਼ ਮੰਗਾ ਲਓ, ਐਗਰੀਮੈਂਟ ਵਗੈਰਾ ਡਰਾਫਟ ਕਰ ਲਓ। ਤੇ ਆਈ ਸੈਡ ਓਕੇ ਫਾਈਨ, ਐਜ਼ ਅ ਫੇਥ ਬੀਇੰਗ ਇਹ ਮੇਰਾ ਸੀਨੀਅਰ ਸੀ, ਮੈਂ ਕਰਤਾ। 23 ਤਰੀਕ ਨੂੰ ਜਹਾਜ਼ ਵੀ ਆ ਗਿਆ। ਮੈਂ ਇਹਨਾਂ ਨੂੰ ਐਗਰੀਮੈਂਟ ਦੀ ਕਾਪੀਆਂ ਫੜਾਈਆਂ। ਅਨਫੋਰਚੂਨੇਟਲੀ ਆਈ ਹੈਡ ਅ ਇੰਸੀਡੈਂਟ, ਮੇਰੀ ਮਦਰ ਐਕਸਪਾਇਰਡ ਔਨ 24th ਮਾਰਨਿੰਗ ਇਨ ਆਸਟ੍ਰੇਲੀਆ ਤੇ ਉਹ ਮੇਰੇ ਬ੍ਰਦਰ ਕੋਲ ਸੀਗੇ। ਮੈਂ ਇਹਨਾਂ ਨੂੰ ਸਾਰੇ ਕਾਗਜ਼ ਫੜਾ ਕੇ ਆਸਟ੍ਰੇਲੀਆ ਚਲਾ ਗਿਆ। ਪਿੱਛੇ ਫਲਾਈਂਗ ਹੁੰਦੀ ਰਹੀ, ਪੈਸੇ ਕੁਝ ਆਇਆ ਕੁਝ ਨਹੀਂ ਆਇਆ। ਮੇਰੇ ਕੋਲ ਸਾਰੇ ਪ੍ਰੂਫਸ ਨੇ, ਚੈਟਸ ਨੇ ਰਜਿੰਦਰ ਗੁਪਤਾ ਦੀਆਂ ਤੇ ਬਹਿਲ ਦੀਆਂ ਤੇ ਚਹਿਲ ਦੀਆਂ। ਤੇ ਜਦ ਮੈਂ ਵਾਪਸ ਆਇਆ, ਜਦ ਮੈਂ ਇਹਨਾਂ ਤੋਂ ਆਪਣਾ ਬਕਾਇਆ ਮੰਗਿਆ ਤੇ ਇਹਨਾਂ ਨੇ ਮੇਰੀ ਫੋਨ ਸਵਿਚ ਆਫ ਕਰਤੇ, ਨਾ ਮੇਰੇ ਨਾਲ ਗੱਲ ਕੀਤੀ। ਮੈਂ ਠੋਕਰਾਂ ਖਾਂਦਾ ਰਿਹਾ ਇਹਨਾਂ ਦੇ ਸੀਐਮ ਹਾਊਸ ਦੀਆਂ। ਜਹਾਜ਼ ਕਿਹੜੇ ਵਰਤੇ ਇਹਨਾਂ ਨੇ? ਜਹਾਜ਼ ਇੱਕੋ ਹੀ ਸੀ, ਬੈਲ 412 ਸੀ ਜੀ। 412 ਸੀਗਾ। ਕਿੰਨੀ ਵਾਰ ਫਲਾਈ ਹੋਇਆ, ਕਿੰਨਾ ਰਿਕਾਰਡ? ਉਹ ਤਕਰੀਬਨ 25 ਦਿਨ 27-28 ਦਿਨ ਫਲਾਈ ਹੁੰਦਾ ਰਿਹਾ ਤੇ ਉਹਦੇ ਚ 4-5 ਦਿਨ ਮੇਰੇ ਖਿਆਲ ਕੈਪਟਨ ਸਾਹਿਬ ਨੇ ਕੈਂਪੇਨਿੰਗ ਨਹੀਂ ਕੀਤੀ, ਪਰ ਅਦਰਵਾਈਜ਼ ਹੀ ਵਾਸ ਰੈਗੂਲਰਲੀ ਫਲਾਈਂਗ ਫਰੋਮ ਚੰਡੀਗੜ੍ਹ। ਤੇ ਜਿਹੜੇ ਵੀ ਪੰਜਾਬ ਦੇ ਸੂਬੇ ਦਾ ਸਾਰਾ ਸਾਡੇ ਕੋਲ ਹੈਗਾ ਵੇਰਵਾ, ਅਸੀਂ ਉਹ ਮੀਡੀਆ ਨੂੰ ਦੇ ਚੁੱਕੇ ਹਾਂ। ਤੇ ਉਹਦੇ ਚ ਉਹਨਾਂ ਦੇ ਪੈਸੇਂਜਰ ਮੈਨੀਫੈਸਟ ਹੈਗੇ ਜਿਹਦੇ ਚ ਕੈਪਟਨ ਸਾਹਿਬ, ਆਪਣਾ ਖੂਬੀ ਰਾਮ, ਰਵੀਨ ਠਕਰਾਲ, ਨਰਵੀਰ ਸਿੰਘ, ਇਹ ਸਾਰਿਆਂ ਦੇ ਨਾਂ ਹੈਗੇ। ਦਿਸ ਆਲ ਐਵੀਡੈਂਸ ਵਿਦ ਮੀ, ਵਿਦ ਦੀ 에ਅਰ ਫੋਰਸ, ਸਾਰਿਆਂ ਕੋਲ ਹੈਗੇ। ਸੋ ਅਸੀਂ ਇਹਨਾਂ ਨੂੰ ਦੇਤੇ ਉਹ। ਜੇ ਅਸੀਂ ਗੱਲ ਸਮਝਣ ਦੀ ਕਰੀਏ, ਜਿਸ ਤਰੀਕੇ ਦੇ ਤੁਸੀਂ ਗੱਲ ਕਰ ਰਹੇ ਹੋ ਕਿ ਕੁਝ ਬੰਦਿਆਂ ਦੇ ਨਾਲ ਸਮਝੌਤਾ ਹੋਇਆ ਸੀਗਾ, ਇਹ ਜ਼ੁਬਾਨੀ ਕਲਾਮੀ ਸਮਝੌਤਾ ਸੀਗਾ ਉਸ ਵੇਲੇ? ਨਹੀਂ, ਉਦੋਂ ਤਾਂ ਮਤਲਬ ਗੱਲਬਾਤ ਉਹਨਾਂ ਦੇ ਘਰ ਜ਼ੁਬਾਨੀ ਸੀਗੀ, ਪਰ ਉਸ ਤੋਂ ਬਾਅਦ ਐਗਰੀਮੈਂਟ ਮੈਂ ਇਹਨਾਂ ਨੂੰ ਦੇਤਾ ਸੀ ਸਾਈਨ ਕਰਕੇ, ਕਿਉਂਕਿ 24 ਨੂੰ ਸਵੇਰੇ ਮੈਂ ਚਲਾ ਗਿਆ ਸੀ ਆਪਣੇ ਮਦਰ ਦੇ ਸੰਸਕਾਰਾਂ ਵਾਸਤੇ ਤੇ ਉਹ ਇਹਨਾਂ ਨੇ ਸਾਈਨ ਕਰਕੇ ਮੈਨੂੰ ਦੇਣੇ ਸੀ। ਜਦ ਮੈਂ ਵਾਪਸ ਆਇਆ ਤਾਂ ਇਹਨਾਂ ਨੇ ਦਿੱਤੇ ਨਹੀਂ ਮੈਨੂੰ। ਉਹ ਐਗਰੀਮੈਂਟ ਵੀ ਇਹਨਾਂ ਕੋਲ ਪਿਆ ਸੀ। ਵੈਸੇ ਜਸਟ ਫॉर ਦੀ ਇਨਫੋਰਮੇਸ਼ਨ, ਇਨ ਕੋਰਟ ਆਫ ਲਾਅ ਈਵਨ ਓਰਲ ਕਮਿਟਮੈਂਟ ਇਜ਼ ਅ ਕਮਿਟਮੈਂਟ। ਇਸ ਤੋਂ ਇਲਾਵਾ ਜਿਹੜੀ ਸਭ ਤੋਂ ਵੱਡੀ ਗੱਲ ਹੈ, ਜਿਹੜੀ ਪੇਮੈਂਟਸ ਨੇ ਸਾਰੀਆਂ ਉਹ ਰਜਿੰਦਰ ਗੁਪਤਾ ਨੇ ਕੀਤੀਆਂ ਨੇ। ਤੁਸੀਂ ਵੈਸੇ ਕਹਿੰਦੇ ਨਹੀਂ ਹੁੰਦੇ ਕਿ ਫੌਜੀ ਦੀ ਜ਼ੁਬਾਨ ਤੇ ਬੰਦਾ ਭਰੋਸਾ ਕਰ ਲੈਂਦਾ, ਤੁਸੀਂ ਕਿਤੇ ਉਹੀ ਭਰੋਸਾ ਤਾਂ ਨਹੀਂ ਕਰ ਰਹੇ? ਮੈਂ ਜੀ 200% ਉਹੀ ਭਰੋਸਾ ਕੀਤਾ। ਇਹਨਾਂ ਨੇ ਮੈਨੂੰ ਕਿਹਾ ਕੈਪਟਨ ਸਾਹਿਬ ਵੀ ਫੌਜੀ ਹੈ, ਤੁਸੀਂ ਵੀ ਫੌਜੀ ਹੋ, ਮਹਿਲ ਵੀ ਫੌਜੀ ਹੈ, ਡੂ ਸਮਥਿੰਗ ਫॉर ਹਿਮ। ਐਂਡ ਆਈ ਹੈਡ ਅ ਲੋਟ ਆਫ ਰਿਗਾਰਡ ਫॉर ਕੈਪਟਨ ਸਾਹਿਬ। ਮੈਂ ਉਹਨਾਂ ਨੂੰ ਮਿਲਿਆ ਵੀ, ਐਂਡ ਆਈ ਸਟਿਲ ਥਿੰਕ ਕਿ ਪ੍ਰੋਬਬਲੀ ਇਹਨਾਂ ਨੇ ਉਹਨੂੰ ਮਿਲਣ ਦਿੱਤਾ ਮੈਨੂੰ ਇੱਕ ਵਾਰੀ ਵੀ, ਕੈਪਟਨ ਸਾਹਿਬ ਨੂੰ। ਮੈਂ ਇਹਨਾਂ ਨੂੰ ਕਹਿੰਦਾ ਰਿਹਾ ਮੈਨੂੰ ਇੱਕ ਵਾਰੀ ਤਾਂ ਆਪਣਾ ਪੱਖ ਰੱਖਣ ਦਿਓ ਕਿ ਵੀ ਕੀ ਹੈ। ਰਜਿੰਦਰ ਗੁਪਤਾ ਜਿਹੜਾ ਹੈ ਉਹ ਮੇਰੇ ਤੇ ਝੂਠੇ ਕੇਸ ਪਾਤੇ ਉਹਨਾਂ ਨੇ ਦੋ, ਕਿ ਇਹਨੇ ਮੇਰੇ ਤੋਂ ਪੈਸੇ ਲੈਣੇ ਆ। ਰਜਿੰਦਰ ਗੁਪਤਾ ਕਹਿੰਦਾ ਮੈਂ ਲੈਣੇ ਇਹ ਤੋਂ ਪੈਸੇ। ਮੈਂ ਕਿਹਾ ਜੀ ਕੋਈ ਰਿਟਨ ਐਗਰੀਮੈਂਟ, ਕੋਈ ਆਰਗੂਮੈਂਟ ਕੋਈ ਦਿਖਾਓ ਜਿੱਥੇ ਮੈਂ ਤੁਹਾਡੇ ਤੋਂ ਮੰਗੇ ਆ। ਜਿਹੜਾ ਇਹਨੇ ਝੂਠਾ ਕੇਸ ਮੇਰੇ ਲੁਧਿਆਣੇ ਪਾਇਆ ਸੀ ਉਹ ਤਾਂ ਡਿਸਮਿਸ ਕਰਤਾ ਜੱਜ ਨੇ, ਬਰਨਾਲੇ ਨੇ ਇੱਕ ਹੋਰ ਪਾਇਆ। ਇਹ ਇਸ ਤਰ੍ਹਾਂ ਦੀ ਹਰਕਤਾਂ ਕਰ ਰਿਹਾ ਰਜਿੰਦਰ ਗੁਪਤਾ ਵਰਗਾ ਬੰਦਾ। ਯਾਨੀ ਕਿ ਜਾਣਬੁੱਝ ਕੇ ਤੁਹਾਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਨਾਲ ਧਮਕੀਆਂ ਵੀ ਮਿਲ ਰਹੀਆਂ? ਨਾਲੇ ਮੈਨੂੰ ਧਮਕੀਆਂ ਵੀ ਦਿੱਤੀਆਂ ਜੀ, ਤੁਹਾਡਾ ਐਕਸੀਡੈਂਟ ਹੋ ਜਾਏਗਾ। ਇਹ ਮੈਨੂੰ ਮਹਿਲ ਨੇ ਕਿਹਾ, ਰਜਿੰਦਰ ਗੁਪਤਾ ਦੇ ਜਿਹੜਾ ਬੰਦਾ ਉਹਨੇ ਕਿਹਾ ਵੀ ਤੁਸੀਂ ਵੱਡੇ ਵੱਡੇ ਬੰਦਿਆਂ ਨਾਲ ਪੰਗਾ ਲੈ ਰਹੇ ਹੋ। ਮੈਂ ਕਿਹਾ ਜੀ ਡੋਂਟ ਵਰੀ, ਆਈ ਸਰਵਾਈਵਡ ਵਾਰਸ, ਆਈ ਐਮ ਨਾਟ ਅਫਰੇਡ ਆਫ ਯੂ ਪੀਪਲ। ਤੇ ਇਹਨਾਂ ਨੇ ਜਿਹੜਾ ਰਜਿੰਦਰ ਗੁਪਤਾ ਆ, ਉਹਨੇ ਨਾਟ ਓਨਲੀ ਆ ਜਿਹੜੇ ਆਪਣੇ ਮੇਰੇ ਤੇ ਝੂਠੇ ਕੇਸ ਕੀਤੇ, ਉਹ ਸਾਰੇ ਪਾਸੇ ਫੈਲਾ ਰਿਹਾ ਵੀ ਮੈਂ ਤਾਂ ਇਹ ਤੋਂ ਪੈਸੇ ਲੈਣੇ ਆ ਪੁਲਿਸ ਤੋਂ ਵੀ। 2019 ਦਾ ਕੇਸ ਹੈਗਾ, 2019 ਦੇ ਵਿੱਚ ਇਲੈਕਸ਼ਨਾਂ ਸੀਗੀਆਂ, ਇੰਨਾ ਸਮਾਂ ਤੁਹਾਨੂੰ ਤੁਸੀਂ ਮਨਾਉਣ ਤੇ ਲੱਗੇ ਰਹੇ, ਗੱਲਬਾਤ ਹੁੰਦੀ ਰਹੀ ਕਿ ਨਹੀਂ? 2019 ਦੇ ਵਿੱਚ ਉਸ ਤੋਂ ਬਾਅਦ ਜਦ ਅਕਤੂਬਰ 'ਚ ਮੈਂ ਇਹਨਾਂ ਨੂੰ ਮਿਲਿਆ, ਇਹਨਾਂ ਦੇ ਮੈਨੂੰ ਖੁੱਬੀ ਰਾਮ ਨੇ ਬੁਲਾਇਆ, ਉੱਥੇ ਭਰਤਿੰਦਰ ਚਾਹਲ ਸੀ ਤੇ ਇੱਕ ਮੇਰੇ ਫਰੈਂਡ ਸੀ ਭੁਪਿੰਦਰ ਸਿੰਘ ਰਾਠੌਰ। ਅਸੀਂ ਗਏ, ਇਹਨਾਂ ਨੇ ਕਿਹਾ ਜੀ ਵਿਦਿਨ ਅ ਮੰਥ ਤੁਹਾਡੀ ਪੇਮੈਂਟ ਅਸੀਂ ਕਰ ਦਾਂਗੇ। ਅਸੀਂ ਕਿਹਾ ਚਲੋ ਨਵੰਬਰ ਤੱਕ ਕਰ ਦਾਂਗੇ। ਜਦ ਇਹਨਾਂ ਨੇ ਨਹੀਂ ਕੀਤੀ ਤੇ 2020 ਦੇ ਵਿੱਚ ਮੈਂ ਇਕਨੋਮਿਕ ਅਫੈਂਸ ਵਿੰਗ ਚੰਡੀਗੜ੍ਹ ਪੁਲਿਸ 'ਚ ਰਿਪੋਰਟ ਫਾਈਲ ਕੀਤੀ। ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਆਇਓ ਦੀ, ਉਹਦੇ 'ਚ ਕਲੀਅਰ ਲਿਖਿਆ ਹੈ ਕਿ ਇਹ ਬੰਦੇ ਦੋਸ਼ੀ ਨੇ ਪ੍ਰਾਈਮਾ ਫੇਸਾ। ਇਹਨਾਂ ਨੇ ਸ਼ੁਰੂ ਤੋਂ ਹੀ ਮੈਲਾਫਾਈਡ ਇੰਟੈਂਸ਼ਨ ਸੀਗੀਆਂ ਚੀਟ ਕਰਨ ਦੀ ਕਰਨਲ ਰਾਜ ਨੂੰ, ਤੇ ਇਹਨਾਂ ਤੇ ਅੱਗੇ ਕਾਰਵਾਈ ਹੋਣੀ ਚਾਹੀਦੀ, ਪਰਚਾ ਹੋਣਾ ਚਾਹੀਦਾ ਇਹਨਾਂ ਦੇ। ਉਹ ਫਾਈਲ ਸਰਪ੍ਰਾਈਜ਼ਿੰਗਲੀ ਵਿਦਿਨ 4-5 ਮੰਥਸ ਇਟ ਵਾਸ ਟ੍ਰਾਂਸਫਰਡ ਟੂ ਪੰਜਾਬ ਪੁਲਿਸ, ਜਿਨ੍ਹਾਂ ਦਾ ਕੋਈ ਜੁਰਿਸਡਿਕਸ਼ਨ ਨਹੀਂ ਹੈ। ਇਸ ਕੋਰਟ ਦੇ ਵਿੱਚ ਅਸੀਂ 2022 ਤੋਂ ਘੁੰਮ ਰਹੇ ਹਾਂ। 1 ਸਾਲ ਜੱਜ ਸਾਹਿਬ ਨੂੰ ਵੀ ਲੱਗਿਆ ਉਹ ਫਾਈਲ 9 ਸੈਕਟਰ ਮੰਗਾਉਣ ਨੂੰ ਇੱਥੇ। ਫਾਈਨਲੀ ਜਦ ਪਿਛਲੇ ਜਿਹੜੀ ਹੀਅਰਿੰਗ ਹੋਈ ਹੈ ਉਹਦੇ 'ਚ ਅਸੀਂ ਦਿਖਾਇਆ ਸਾਰਾ ਕੁਝ ਇਹਨਾਂ ਨੂੰ ਕਿ ਵੀ ਉਹਦੀ ਆਈਓ ਦੀ ਰਿਪੋਰਟ ਕਹਿੰਦੀ ਹੈ ਵੀ ਪ੍ਰਾਈਮਾ ਫੇਸਾ ਦੇ ਆਰ ਅਕਿਊਜ਼, ਇਹਨਾਂ ਤੇ ਪਰਚਾ ਹੋਣਾ ਚਾਹੀਦਾ ਹੈ। ਤੇ ਜੱਜ ਸਾਹਿਬ ਨੇ ਕਿਹਾ ਜੀ ਮੈਂ ਅੱਜ ਪਰਚਾ ਦੇਵਾਂਗਾ। ਅਨਿਲ ਜੀ, ਜੇ ਕੁੱਲ ਅਦਾਇਗੀ ਦੀ ਗੱਲ ਕਰੀਏ, ਕੁੱਲ ਅਦਾਇਗੀ ਕਿੰਨੀ ਹੋਣੀ ਸੀ? ਤੁਹਾਨੂੰ ਕਿੰਨੀ ਅਦਾਇਗੀ ਹੋਗੀ ਜਾਂ ਕਿੰਨੀ ਰਹਿੰਦੀ ਹੈ? ਮੇਰੀ ਟੋਟਲ 7 ਕਰੋੜ ਦੇ ਕਰੀਬ ਬਣਦੀ ਸੀ। 5 ਕਰੋੜ 50 ਲੱਖ ਮੈਨੂੰ ਰਜਿੰਦਰ ਗੁਪਤਾ ਦੀ ਕੰਪਨੀਆਂ ਨੇ ਬੈਂਕ 'ਚ ਟ੍ਰਾਂਸਫਰ ਕੀਤੇ ਆ, ਜਿਹੜੇ ਕਿ ਪ੍ਰੂਫ ਅਵੇਲੇਬਲ ਨੇ। ਜਿਹੜੇ 2 ਕਰੋੜ ਰਹਿ ਗਏ ਸੀ ਉਹਨਾਂ ਨੇ ਮਨਾ ਕਰਤਾ ਮੈਨੂੰ। ਹੁਣ ਉਹ ਇੰਟਰਸਟ ਲਗਾ ਕੇ ਇੰਨੇ ਸਾਲ 'ਚ 3 ਕਰੋੜ ਤੋਂ ਉੱਪਰ ਹੋ ਗਏ ਪੈਸੇ।
ਜੇ ਤੁਹਾਡਾ ਉਹੀ ਜਹਾਜ਼ ਜਿਹੜਾ ਤੇਲੰਗਾਨਾ 'ਚ ਫਲਾਈ ਕਰਦਾ ਰਹਿੰਦਾ ਤਾਂ ਮੈਨੂੰ ਲੱਗਦਾ ਕਿ ਨੌਬਤ ਆਉਣੀ ਨਹੀਂ ਸੀ। ਨਹੀਂ, ਇਹ ਨੌਬਤ ਨਹੀਂ ਆਣੀ ਸੀ। ਮੈਂ ਭਰੋਸਾ ਕੀਤਾ ਕੈਪਟਨ ਸਾਹਿਬ ਤੇ, ਮੈਂ ਭਰੋਸਾ ਕੀਤਾ ਆਪਣੇ ਸੀਨੀਅਰ ਤੇ, ਜਿਹੜਾ ਕਿ ਜਿਹਨੇ ਮੈਨੂੰ ਲੈਟ ਡਾਊਨ ਕੀਤਾ। ਐਂਡ ਇਟਸ ਵੈਰੀ ਅਨਫੋਰਚੂਨੇਟ ਕਿ ਕੈਪਟਨ ਸਾਹਿਬ ਮੈਨੂੰ ਇੱਕ ਵਾਰੀ ਵੀ ਨਹੀਂ ਮਿਲੇ। ਮੈਂ ਹਜੇ ਵੀ ਪਿਛਲੇ ਹਫਤੇ ਵੀ ਉਹਨਾਂ ਦੇ ਉੱਥੇ ਘਰ ਜਾ ਕੇ ਆਇਆ, ਉਹ ਮੈਨੂੰ ਬਾਹਰੋਂ ਹੀ ਕਹਿ ਦਿੰਦੇ ਕਿ ਜਾਓ, ਮਿਲ ਨਹੀਂ ਸਕਦੇ ਤੁਸੀਂ। ਵੈਸੇ ਲੱਗਦਾ ਕਿ ਭਰੋਸਾ ਕਰਨਾ ਮਹਿੰਗਾ ਪੈ ਗਿਆ ਇਸ ਪੂਰੇ ਕੰਮ ਦੇ ਵਿੱਚ। ਆਈ ਥਿੰਕ ਸੋ ਯੈਸ। ਨਾਓ ਮੈਨੂੰ ਲੱਗਦਾ ਕਿ ਆਪਣੇ ਫੌਜੀਆਂ ਤੇ ਹੀ ਮੈਨੂੰ ਭਰੋਸਾ। ਬਟ ਦੇਖੋ ਦੂਜੀ ਗੱਲ ਇਹ ਮੇਰੇ ਪੁਰਾਣੇ ਫੌਜੀ ਫਰੈਂਡ ਇਹ ਵੀ ਆਏ ਹੋਏ ਹੈ। ਇਟਸ ਨਾਟ ਦੈਟ ਕਿ ਐਵਰੀਬਡੀ ਇਜ਼ ਲਾਈਕ ਦਿਸ, ਹੀ ਮਸਟ ਬੀ ਵਨ ਆਫ them। ਮਹਿਲ, ਕਰਨਲ ਮਹਿਲ ਵਰਗਾ ਬੰਦਾ ਤੇ ਆਈ ਕਾਂਟ ਸੇ ਕੈਪਟਨ ਸਾਹਿਬ ਇਜ਼ ਸੀਨੀਅਰ ਪਰਸਨ, ਲੇਕਿਨ ਉਹਨਾਂ ਨੇ ਇੱਕ ਦਿਨ ਵੀ ਇਹ ਨਹੀਂ ਸੋਚਿਆ ਕਿ ਇਹ ਵੀ ਇੱਕ ਸਰਵਿਸਮੈਨ। ਮੈਂ ਇੱਕ ਵਾਰੀ ਤਾਂ ਬੁਲਾ ਕੇ ਇਹਨੂੰ ਪੁੱਛ ਲਾਂ ਕਿ ਵੀ ਵਾਟ ਇਜ਼ ਯੋਰ ਰੋੜਾ, ਕੀ ਹੈ ਇਹਨਾਂ ਕੀ ਹੈ। ਮੈਂ ਇੰਨੀਆਂ ਚਿੱਠੀਆਂ ਪਾਈਆਂ ਇਹਨਾਂ ਨੂੰ, ਭਰਤਿੰਦਰ ਨੂੰ ਪਾਈਆਂ, ਖੂਬੀ ਰਾਮ ਨੂੰ ਪਾਈਆਂ। ਰਾਜਿੰਦਰ ਗੁਪਤਾ ਤਾਂ ਚਲੋ ਸਿਵਿਲੀਅਨ, ਉਹ ਤਾਂ ਹੈ ਹੀ ਬਿਜ਼ਨਸਮੈਨ, ਉਹਦੀ ਤਾਂ ਸੋਚ ਹੀ ਨਹੀਂ ਘਟਿਆ ਹੈ ਕਿ ਆਈ ਕਾਂਟ ਸੇ ਹੀ ਇਜ਼ ਟੈਲਿੰਗ ਕਿ ਮੇਰੇ ਤੇ ਪਰਚਾ ਪਾ ਕੇ ਮੈਨੂੰ ਧਮਕੀਆਂ ਦਵਾ ਰਿਹਾ ਜਿਹੜਾ ਬੰਦਾ, ਇੰਨਾ ਵੱਡਾ ਬੰਦਾ ਲੋਕੀ ਕਹਿੰਦੇ ਉਹਨੂੰ। ਆਈ ਡੋਂਟ ਸੀ ਦੈਟ ਸੂਟਿੰਗ ਹਿਮ ਐਕਚੁਅਲੀ। ਵੈਸੇ ਤੁਸੀਂ ਕਿਤੇ ਆਪਣਾ ਕੰਮ ਕਰ ਰਹੇ ਸੀਗੇ, ਹੁਣ ਕਿਤੇ ਤੁਹਾਨੂੰ ਚੱਕਰ ਕੱਟਣੇ ਪੈ ਰਹੇ ਨੇ ਵਾਰ-ਵਾਰ ਚੰਡੀਗੜ੍ਹ ਦੇ ਅਦਾਲਤਾਂ ਦੇ। ਲੱਗਦਾ ਕਿ ਸਾਰਾ ਬਿਜ਼ਨਸ ਵੀ ਤੁਹਾਡਾ ਉਸ ਕਰਕੇ ਹਿਲਿਆ ਹੋਇਆ ਹੈ। ਮੇਰਾ ਪੂਰਾ ਬਿਜ਼ਨਸ ਹੀ ਬੰਦ ਹੋ ਗਿਆ ਜੀ। ਮੇਰੇ ਕੋਲ, ਮੈਂ ਦੇਖੋ ਫੌਜੀ ਆਦਮੀ ਆ, ਮੇਰੇ ਕੋਲ ਇੰਨਾ ਕੈਪੀਟਲ ਵੀ ਨਹੀਂ ਹੈ। ਇਹ ਫਾਇਦਾ ਰਾਜਿੰਦਰ ਗੁਪਤਾ ਉਠਾ ਰਿਹਾ, ਉਹਨੂੰ ਪਤਾ ਹੈ ਕਿ ਇਹਨੇ ਮੇਰੇ ਪੈਸੇ ਦੱਬੇ ਹੋਏ ਹੈ, ਇਹਨਾਂ ਨੇ, ਕੈਪਟਨ ਨੂੰ ਵੀ ਪਤਾ ਹੈ। ਮੇਰਾ ਸਾਰਾ ਬਹੁਤ ਨੁਕਸਾਨ ਹੋਇਆ, ਮੈਨੂੰ ਮੈਂਟਲ ਟੈਨਸ਼ਨ 4 ਸਾਲ ਤੋਂ, ਧਮਕੀਆਂ, ਮੇਰੀ ਫੈਮਿਲੀ ਨੂੰ। ਇਹਨਾਂ ਨੇ ਮੇਰੀ ਲਾਈਫ ਬਿਲਕੁਲ ਇੱਕ ਹੈਲ ਬਣਾਈ ਹੋਈ ਹੈ। ਇਹਦਾ ਭੁਗਤਾਨਾ ਇਹਨਾਂ ਨੂੰ ਕਰਨਾ ਪੈਣਾ ਹੈ। ਇੱਧਰ ਸਾਡੇ ਨਾਲ ਸਤਨਾਮ ਦਾਊ ਵੀ ਨੇ, ਕੈਪਟਨ ਘੁੰਮਣ ਵੀ ਨੇ, ਇਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਕਿਉਂਕਿ ਇਹ ਸਪੋਰਟ ਦੇ ਵਿੱਚ ਆਏ ਨੇ ਕਿ ਇੱਕ ਅਫਸਰ ਦੇ ਨਾਲ ਜਿਹੜਾ ਫੌਜ ਦੇ ਲਈ ਭੂਮਿਕਾ ਨਿਭਾਉਂਦਾ ਰਿਹਾ। ਮੈਂ ਇੱਕ ਸਵਾਲ ਤੁਹਾਡੇ ਤੋਂ ਜ਼ਰੂਰ ਲੈ ਲਵਾਂ ਅਨਿਲ ਰਾਜ ਜੀ, ਕਿਉਂਕਿ ਇਹ ਬੜੀ ਇੰਪੋਰਟੈਂਟ ਚੀਜ਼ ਹੋ ਜਾਂਦੀ ਹੈ ਕਿ ਤੁਸੀਂ ਕਿੱਥੇ ਫੌਜ ਦੇ ਵਿੱਚ ਜ਼ਿੰਮੇਵਾਰੀ ਨਿਭਾਉਂਦੇ ਰਹੇ ਹੋ, ਇਹ ਵੀ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ। ਕਿਉਂਕਿ ਉਹ ਤੁਹਾਡਾ ਬੈਕਗ੍ਰਾਉਂਡ ਜੇ ਲੋਕਾਂ ਨੂੰ ਪਤਾ ਹੋਊਗਾ ਤਾਂ ਫਿਰ ਉਹ ਬੰਦਾ ਜ਼ਿਆਦਾ ਫੀਤ ਕਰਦੇ ਨੇ ਕਿ ਸਾਡੇ ਦੇਸ਼ ਲਈ ਬੰਦਾ ਲੜਦਾ ਰਿਹਾ। ਨਹੀਂ ਜੀ, ਮੈਂ 84 ਦੇ ਵਿੱਚ ਕਮਿਸ਼ਨ ਹੋਇਆ ਸੀ। ਮੇਰੀ ਪਹਿਲੀ ਪੋਸਟਿੰਗ ਸੀ ਚਾਈਨਾ ਬਾਰਡਰ ਤੇ। ਉਸ ਤੋਂ ਬਾਅਦ ਮੈਂ ਫਲਾਈਂਗ ਦੇ ਵਿੱਚ ਮੈਂ ਸ਼੍ਰੀਲੰਕਾ ਵੀ ਗਿਆ ਵਿਦ ਦੀ ਇੰਡੀਅਨ ਪੀਸ ਕੀਪਿੰਗ ਫੋਰਸ। ਉਸ ਤੋਂ ਬਾਅਦ ਮੈਂ 10 ਸਾਲ JNK 'ਚ ਰਿਹਾ। ਮੈਂ ਕਾਰਗਿਲ 'ਚ ਆਈ ਟੁੱਕ ਦੀ ਆਪਰੇਸ਼ਨਸ ਇਨ ਕਾਰਗਿਲ। ਔਰ ਕਾਰਗਿਲ ਤੋਂ ਬਾਅਦ, ਉਸ ਤੋਂ ਬਾਅਦ ਮੈਂ ਆਪਣਾ ਪੰਜਾਬ ਤੇ ਜਦੋਂ ਹਮਲਾ ਹੋਇਆ ਸੀਗਾ ਪਾਰਲੀਮੈਂਟ ਤੇ, ਉਦੋਂ ਮੈਂ ਸੀਨੀਅਰ ਕਮਾਂਡ ਕੋਰਸ ਕਰ ਰਿਹਾ ਸੀਗਾ ਤੇ ਮੈਂ ਉੱਥੇ ਖੇਮਕਰਨ ਸੈਕਟਰ ਤੈਨਾਤ ਸੀਗਾ। ਐਂਡ ਮੇਰੀ ਜਿਹੜੀ ਮਦਰ ਨੇ, ਮੇਰੇ ਫਾਦਰ, ਦੇ ਵਰ ਵੈਰੀ ਪ੍ਰਾਊਡ। ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਜਾਓ, ਲੜੋ ਦੇਸ਼ ਵਾਸਤੇ। ਮੈਂ ਜਦੋਂ ਸ਼੍ਰੀਲੰਕਾ ਗਿਆ ਸੀ, ਆਈ ਵਾਜ਼ ਓਨਲੀ 22 ਇਅਰਸ ਓਲਡ। ਤੇ ਮੇਰੇ ਮਦਰ ਇੱਕ ਰਾਜਪੂਤ ਨੇ, ਉਹਨਾਂ ਨੇ ਕਿਹਾ ਸੀ ਕਿ ਜੇ ਗੋਲੀ ਲੱਗੀ ਤੇ ਛਾਤੀ 'ਚ ਖਾ ਕੇ ਆਇਓ। ਇਹ ਸਾਡੀ ਤਨਖਾਹ ਸੀ। ਤੇ ਮੇਰੇ ਵਾਈਫ ਜਿਹੜੇ ਨੇ ਉਹ ਵੀ ਫੌਜੀ ਬੈਕਗਰਾਊਂਡ ਤੋਂ ਨੇ ਤੇ ਅਸੀਂ ਪੂਰੀ ਦੇਸ਼ ਵਾਸਤੇ ਸੇਵਾ ਕੀਤੀ ਹੈ। ਹੁਣ ਇਹੀ ਬੰਦੇ ਸਾਨੂੰ ਧੋਖਾ ਦੇ ਰਹੇ ਆ, ਗੁਪਤਾ ਵਰਗੇ ਤੇ ਭਰਤਿੰਦਰ ਵਰਗੇ ਤੇ ਅਨਫੋਰਚੂਨੇਟਲੀ ਕੈਪਟਨ ਅਮਰਿੰਦਰ ਸਿੰਘ ਐਂਡ ਪਾਰਟੀ। ਸਤਨਾਮ ਜੀ, ਬੜੀ ਅਹਿਮ ਚੀਜ਼ ਹੈ ਕਿ ਜਿਵੇਂ ਉਹਨਾਂ ਨੇ ਦੱਸਿਆ ਕਿ ਵੱਖ-ਵੱਖ ਥਾਵਾਂ ਤੇ ਦੇਸ਼ ਦੇ ਲਈ ਸੰਘਰਸ਼ ਕਰਦੇ ਰਹੇ, ਲੜਦੇ ਰਹੇ ਤੇ ਹੁਣ ਸਿਆਸਤਦਾਨਾਂ ਦੇ ਨਾਲ ਸਿੱਧੀ ਲੜਾਈ ਹੋ ਗਈ ਹੈ। ਲੱਗਦਾ ਕਿ ਚਿੰਤਾ ਦੀ ਗੱਲ ਹੈ ਕਿ ਦੇਸ਼ ਦੇ ਲਈ ਜਿਹੜਾ ਬੰਦਾ ਇੰਨੀ ਮਿਹਨਤ ਕਰਦਾ ਰਿਹਾ ਹੋਵੇ, ਜੇ ਉਹਨੇ ਬਾਅਦ ਵਿੱਚ ਆਪਣਾ ਬਿਜ਼ਨਸ ਖੋਲ੍ਹਿਆ ਤਾਂ ਉਹਨੂੰ ਇਸ ਤਰੀਕੇ ਨਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਚਿੰਤਾ ਲਈ ਵੀ ਹੈ, ਸ਼ਰਮ ਤਾਂ ਜ਼ਿਆਦਾ ਹੈ। ਅਸੀਂ ਸ਼ਰਮਿੰਦਾ ਹੈ ਆਪਣੇ ਦੇਸ਼ ਤੋਂ, ਆਪਣੇ ਰਾਜਸੀ ਲੋਕਾਂ ਤੋਂ, ਤਾਂ ਹੀ ਅਸੀਂ ਇਹਦੀ ਸਪੋਰਟ 'ਚ ਆਏ। ਮੇਰੇ ਨਾਲ ਕੈਪਟਨ ਘੁੰਮਣ ਸਾਹਿਬ ਹੈਗੇ, ਕੈਪਟਨ ਗੁਰਦੀਪ ਘੁੰਮਣ, ਕੈਪਟਨ ਬਲਵੀਰ ਜੀ ਤੇ ਹੋਰ ਬਹੁਤ ਸਾਰੇ ਲੋਕ ਸਾਡੇ ਨਾਲ ਆਏ। ਅਸੀਂ ਇਹਦੇ ਸਪੋਰਟ 'ਤੇ ਆਏ। ਮੈਂ ਇੱਕੋ ਗੱਲ ਸਮਝਦਾ ਦੇਸੀ ਜਿਹਾ ਪੰਜਾਬੀ ਬੰਦਾ ਕਿ ਜੇ ਤੁਸੀਂ ਆਟੋ ਨੂੰ ਵੀ ਹੱਥ ਦਿਓ ਨਾ, ਜਿਹੜੀ ਸਵਾਰੀ ਬੈਠਦੀ ਹੈ, ਮੰਨ ਲਓ ਤੁਸੀਂ ਆਟੋ 'ਚ ਬੈਠਣਾ ਤਾਂ 20 ਰੁਪਏ ਜੇ ਲੱਗਦੇ ਆ ਚੰਡੀਗੜ੍ਹ ਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਾਸਤੇ। ਮੈਂ ਜ਼ਿੰਮੇਵਾਰੀ ਲਈ ਕਿ ਬੈਠੋ ਭਾਜੀ ਤੁਸੀਂ, ਹੈ ਨਾ, ਮੈਂ ਪੈਸੇ ਨਹੀਂ ਦਿੱਤੇ ਤਾਂ ਸਵਾਰੀ ਤੁਸੀਂ ਹੈ, ਤੁਸੀਂ ਡਰਾਈਵਰ ਨੂੰ ਪੈਸੇ ਦੇਣੇ ਹੁੰਦੇ। ਹੁਣ ਇੱਥੇ ਸਵਾਰੀ ਕੈਪਟਨ ਅਮਰਿੰਦਰ ਹੈ। ਕੈਪਟਨ ਅਮਰਿੰਦਰ ਕੌਣ ਸੀ? ਮੁੱਖ ਮੰਤਰੀ ਪੰਜਾਬ ਸੀਗਾ। ਕੈਪਟਨ ਅਮਰਿੰਦਰ ਕੌਣ ਸੀ? ਕਾਂਗਰਸ ਦਾ ਲੀਡਰ ਸੀ। ਉਹਨੇ ਸਵਾਰੀ ਕੀਤੀ ਇਹਨਾਂ ਦੇ ਹੈਲੀਕਾਪਟਰ 'ਚ। ਹੁਣ ਉਹ BJP ਚਲੇ ਗਏ। ਕੈਪਟਨ ਅਮਰਿੰਦਰ ਹੁਣ BJP ਦੇ ਨੇਤਾ ਹੈ। ਕੈਪਟਨ ਅਮਰਿੰਦਰ ਸਵਾਰੀ ਸੀ, ਉਹਨੂੰ ਪੈਸੇ ਦੇਣੇ ਜਾਂ ਦਿਵਾਣੇ ਬਣਦੇ ਆ। ਤੇ ਕਾਂਗਰਸ ਦਾ ਨੇਤਾ ਸੀ, ਪੈਸੇ ਦੇਣੇ ਜਾਂ ਦਿਵਾਣੇ ਕਾਂਗਰਸ ਨੂੰ ਵੀ ਬਣਦੇ ਆ। ਹੁਣ ਉਹ BJP ਛਾਲ ਮਾਰ ਗਿਆ, ਪੈਸੇ ਦੇਣੇ ਆ ਜਾਂ ਦਿਵਾਣੇ BJP ਦੇ ਵੀ ਬਣਦੇ ਆ। ਇਸ ਫੌਜੀ ਦਾ ਵਿਚਾਰੇ ਦਾ ਕੀ ਕਸੂਰ ਹੈ? ਕੈਪਟਨ ਅਮਰਿੰਦਰ ਵੀ ਫੌਜੀ ਹੈ, ਬਾਕੀ ਜਿਹੜੇ ਅਫਸਰਾਂ ਦੇ ਨਾਮ ਨੇ ਉਹ ਵੀ ਫੌਜੀ ਹੈ। ਇੱਕ ਫੌਜੀ ਨੇ ਫੌਜੀ ਤੇ ਵਿਸ਼ਵਾਸ ਕੀਤਾ। ਸਾਰੀ ਉਮਰ ਦੀ ਕਮਾਈ 2 ਕਰੋੜ ਇਹਨਾਂ ਦੀ ਤਨਖਾਹ ਨਹੀਂ ਬਣਦੀ। ਜਾਨ ਤੇ ਖੇਡ ਕੇ ਲੜੇ ਆ ਤੇ 2 ਕਰੋੜ ਤੁਸੀਂ ਇਹਨਾਂ ਦੱਬ ਕੇ ਬੈਠ ਕੇ 3 ਕਰੋੜ ਰੁਪਏ ਅਸੀਂ ਤਾਂ ਇੱਥੇ ਆਏ ਆ। ਤੇ ਚੰਡੀਗੜ੍ਹ ਪੁਲਿਸ ਦੀ ਮੈਂ ਗੱਲ ਕਰਾਂ, ਚੰਡੀਗੜ੍ਹ ਪੁਲਿਸ ਨੂੰ ਅਖੀਰ ਜਦੋਂ ਹੱਕ ਕੇ ਇਹਨੇ ਕੰਪਲੇਂਟ ਕਰ ਦਿੱਤੀ ਤਾਂ ਇੱਕ IOS ਸਤਿੰਦਰ ਕੁਮਾਰ, ਵਧੀਆ ਬੰਦਾ ਹੋਏਗਾ, ਉਹਨੇ ਇਮਾਨਦਾਰੀ ਨਾਲ ਰਿਪੋਰਟ ਤਿਆਰ ਕੀਤੀ ਹੈ 22 ਨਵੰਬਰ 2021 ਨੂੰ। ਉਹਨੇ ਕਿਹਾ ਕਿ ਬੰਦੇ ਦੋਸ਼ੀ ਹੈ ਤੇ ਇਹਨਾਂ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ। ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਬਣ ਗਈ ਕਠਪੁਤਲੀ। ਤੇ ਜਿਹੜੇ ਵੱਡੇ ਲੋਕ ਹੈ ਉਹਨਾਂ ਨੇ ਦਬਾਅ ਪਾਇਆ। ਉਹ ਚੰਡੀਗੜ੍ਹ ਦੀ ਪੁਲਿਸ ਫਿਰ ਜਿਹੜੀ ਹੋਰ ਕਿਸੇ ਅਫਸਰ ਤੋਂ ਰਿਪੋਰਟ ਹੋਰ ਤਰ੍ਹਾਂ ਬਣਵਾ ਦਿੱਤੀ ਤੇ ਅਖੀਰ ਜਿਹੜੀ ਤੀਜੀ ਰਿਪੋਰਟ ਹੁਣ ਬਣਾਈ ਹੈ ਥੋੜ੍ਹੇ ਦਿਨ ਪਹਿਲਾਂ, ਇਹ 8/3/2023 ਨੂੰ ਚੱਲਦੇ ਕੋਰਟ ਕੇਸ ਦੇ ਵਿੱਚ ਹੁਣ ਬਿਲਕੁਲ ਉਲਟਾ ਇਹਨਾਂ ਦੇ ਮਾਮਲਾ ਕਰਤਾ ਚੰਡੀਗੜ੍ਹ ਪੁਲਿਸ ਨੇ ਕਿ ਪੈਸੇ ਦੇਣੇ ਨਹੀਂ ਲੈਣੇ ਸੀ। ਚੰਡੀਗੜ੍ਹ ਪੁਲਿਸ ਦਾ ਕੋਈ ਸਟੈਂਡ ਨਹੀਂ ਹੈ।
ਕੀ ਫਿਰ ਸਤਿੰਦਰ ਜਿਹੜਾ ਸੀ ਤੁਹਾਡਾ ਆਈਓ ਕੀ ਉਹਦੀ ਰਿਪੋਰਟ ਝੂਠੀ ਹੋ ਗਈ? ਕੀ ਜਿਹੜੇ ਕੈਪਟਨ ਅਮਰਿੰਦਰ ਨੇ ਝੂਟੇ ਲਏ ਆ ਉਹ ਸਾਰਾ ਰਿਕਾਰਡ ਪਿਆ ਕਿ ਕੈਪਟਨ ਅਮਰਿੰਦਰ ਨੇ ਸਵਾਰੀ ਨਹੀਂ ਕੀਤੀ? ਕੀ ਇਹਨੂੰ 5 ਕਰੋੜ ਰੁਪਏ ਟਰਾਈਡੈਂਟ ਗਰੁੱਪ ਨੇ ਦਿੱਤਾ ਨਹੀਂ? ਸੋ ਇੱਕ ਫੌਜੀ ਨੂੰ ਦਰ ਦੀ ਠੋਕਰਾਂ ਖਾਣੀਆਂ ਪੈਂਦੀਆਂ ਸਿਰਫ 2 ਕਰੋੜ ਵਾਸਤੇ। ਸੋ ਯਾਦ ਰੱਖੋ, ਬੀਜੇਪੀ ਨੂੰ ਵੀ ਵੋਟਾਂ ਦੀ ਲੋੜ ਪੈਣੀ ਹੈ, ਕਾਂਗਰਸ ਨੂੰ ਵੀ ਵੋਟਾਂ ਦੀ ਲੋੜ ਪੈਣੀ ਹੈ, ਕੈਪਟਨ ਅਮਰਿੰਦਰ ਨੂੰ ਵੀ ਵੋਟਾਂ ਦੀ ਲੋੜ ਪੈਣੀ ਹੈ, ਕੈਪਟਨ ਅਮਰਿੰਦਰ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਵੋਟਾਂ ਦੀ ਲੋੜ ਪੈਣੀ ਹੈ। ਜੇ ਇਸ ਫੌਜੀ ਅਫਸਰ ਦੇ ਪੈਸੇ ਨਾ ਮਿਲੇ ਤਾਂ ਅਸੀਂ ਇਲੈਕਸ਼ਨ 'ਚ ਵੋਟਰਾਂ ਕੋਲ ਮੰਗਾਂਗੇ ਫਿਰ ਵੀ ਪੈਸੇ ਦਿਓ ਇਹਨਾਂ ਦੇ ਪੂਰੇ ਕਰੋ। ਸਤਨਾਮ ਜੀ, ਇਹ ਲੱਗਦਾ ਕਿ ਇਦਾਂ ਦੀਆਂ ਜਦੋਂ ਚੀਜ਼ਾਂ ਸਾਹਮਣੇ ਆਉਂਦੀਆਂ ਤਾਂ ਸਿਆਸਤਦਾਨਾਂ ਦੀ ਜਿਹੜੇ ਕਿਰਦਾਰ ਨੇ ਉਹਨਾਂ ਤੇ ਵੱਡਾ ਇੱਕ ਸਵਾਲੀਆ ਨਿਸ਼ਾਨ ਲੱਗ ਜਾਂਦਾ ਕਿ ਸਿਆਸਤਦਾਨਾਂ ਦਾ ਜਿਹੜਾ ਕਿਰਦਾਰ ਆ ਲਗਾਤਾਰ ਪੰਜਾਬ ਦੇ ਵਿੱਚ ਹੇਠਾਂ ਡਿੱਗਦਾ ਜਾ ਰਿਹਾ। ਪੰਜਾਬੀ 'ਚ ਕਹਾਵਤ ਹੈ, ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ। ਤੁਸੀਂ ਸਿਆਸਤ ਦੇ ਵਿੱਚ ਆ ਕੇ ਠੱਗੀਆਂ ਮਾਰਦੇ ਆ, ਚੋਰੀਆਂ ਕਰਦੇ ਆ, ਲੁੱਟਦੇ ਆ, ਯਾਰ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ। ਤੁਸੀਂ ਆਪਣੇ ਆਰਮੀ ਅਫਸਰ ਨੂੰ ਛੱਡ ਦਿਓ ਯਾਰ, ਉਹਦੇ ਪੈਸੇ ਦੇ ਦਿਓ। ਕੈਪਟਨ ਸਾਹਿਬ, ਤੁਹਾਡੇ ਸਾਥੀ ਨੇ, ਤੁਸੀਂ ਉਹਨਾਂ ਦੀ ਸਪੋਰਟ ਦੇ ਵਿੱਚ ਆਏ ਹੋ। ਲੱਗਦਾ ਕਿ ਹੈਰਾਨੀ ਦੀ ਗੱਲ ਹੈ ਕਿ ਇਦਾਂ ਦੀ ਸਪੋਰਟ ਦੇ ਵਿੱਚ ਆਉਣਾ ਪੈ ਰਿਹਾ ਕਿ ਜਿੱਥੇ ਉਹਨਾਂ ਦੇ ਪੈਸੇ ਮਰੇ ਹੁਣ ਤੁਹਾਨੂੰ ਉੱਥੇ ਆਣ ਕੇ ਉਹਨਾਂ ਦੀ ਸਪੋਰਟ ਕਰਨੀ ਪੈ ਰਹੀ ਹੈ। ਹੈਰਾਨੀ ਬਿਲਕੁਲ ਨਹੀਂ, ਬੜੇ ਅਫਸੋਸ ਦੀ ਗੱਲ ਹੈ। ਬਹੁਤ ਮਤਲਬ ਜਿੰਨਾ ਦਾ ਦਿਲ ਦੁਖਦਾ ਕਿ ਕਿੱਥੇ ਆ ਗਏ ਅਸੀਂ ਕਿ ਆਪਣਾ ਅਮਰਿੰਦਰ ਸਿੰਘ ਜੀ ਆਪਣਾ ਕੀ ਕਹਿੰਦੇ ਹੁੰਦੇ ਸੀ, ਫੌਜੀਆਂ ਦਾ ਮੈਂ ਮਸੀਹਾ। ਐਂਡ ਹੀ ਇਜ਼ ਅ ਮੈਨ। ਪਹਿਲੀ ਕਾਲ ਤੇ ਆਏ, ਦੇ ਵਰ ਇਨ ਨੀਡ, ਉਹ ਨੀਡ ਇਹਨਾਂ ਨੇ ਪੂਰੀ ਕੀਤੀ। ਠੀਕ ਹੈ, ਕਹਿਣ ਦਾ ਮਤਲਬ ਜਦੋਂ ਤੁਹਾਨੂੰ ਜ਼ਰੂਰਤ ਸੀ ਇਹਨਾਂ ਨੇ ਉਹਦੀ ਪੂਰੀ ਤੁਹਾਡੀ ਰਿਕੁਆਇਰਮੈਂਟ ਪੂਰੀ ਕੀਤੀ, ਜਿਹਦੇ ਸਿਰ ਤੇ ਤੁਸੀਂ ਆਪਣਾ ਇਲੈਕਸ਼ਨ ਦੌਰ ਕੀਤਾ, ਪ੍ਰਚਾਰ ਕੀਤਾ, ਆਪਣਾ ਕੰਮ ਸਾਂਭ ਲਿਆ। ਐਂਡ ਵਾਟ ਵਾਸ ਸਾਰਾ ਕੁਝ ਕਰਾ ਕੇ ਅਮਾਊਂਟ ਹੁਣ ਕੀ ਰਹਿ ਗਿਆ? 2 ਕਰੋੜ। ਉਹ ਜਿਹੜੀ ਦੂਜੀ ਕਹਾਵਤ ਹੈ ਕਿ ਸਾਲੀ ਕਰੋੜ ਇੱਕ ਹੀ ਛੋਟੇ ਕਮਾਈ ਕਰਨ ਦੀ ਹੱਡੀਆਂ ਪਿਸ ਜਾਂਦੀਆਂ ਨੇ, ਤੇ ਤੁਸੀਂ 2 ਕਰੋੜ ਇੰਝ ਉਡਾ ਛੱਡਿਆ ਭਰਾ ਦਾ ਸਾਡੇ ਦਾ। ਤੇ ਵਾਟ ਨੌਨਸੈਂਸ ਇਜ਼ ਦਿਸ ਆ? ਤਾਂ ਇਹ ਉਮੀਦ ਸਾਨੂੰ ਬਿਲਕੁਲ ਨਹੀਂ ਹੈ। ਹੁਣ ਟੂ ਕੱਟ ਦ ਲੌਂਗ ਸਟੋਰੀ ਸ਼ਾਰਟ, ਜਿਵੇਂ ਸਾਰਾ ਤੁਹਾਨੂੰ ਪਤਾ ਲੱਗ ਗਿਆ, ਹੁਣ ਇੱਜ਼ਤ ਆਪਣਾ ਕੈਪਟਨ ਸਾਹਿਬ, ਇੱਜ਼ਤ ਤੁਹਾਡੀ ਦਾ ਸਵਾਲ ਹੈ, ਤੁਹਾਡੀ ਇੱਜ਼ਤ ਹੈ। ਤੇ ਦੁਨੀਆ ਦੇ ਵਿੱਚ 2-4 ਚੀਜ਼ਾਂ ਨੇ ਜਿਹੜੀਆਂ ਚਲੀਆਂ ਜਾਣ ਵਾਪਸ ਨਹੀਂ ਆਉਂਦੀਆਂ। ਇੱਜ਼ਤ ਸਭ ਤੋਂ ਉੱਤੇ ਹੈ। ਤੁਸੀਂ ਜੋ ਇੱਜ਼ਤ ਬਣਾਈ ਹੁਣ ਗਵਾ ਵੀ ਕਾਫੀ ਚਾਹੀਦੀ, ਜਿਹੜੀ ਥੋੜੀ ਬਚੀ ਰਹਿ ਗਈ ਉਹਨੂੰ ਵੀ ਬਚਾ ਲਓ। 2 ਕਰੋੜ ਕੱਖ ਵੀ ਨਹੀਂ ਹੈ ਫॉर ਏ ਫੌਜੀ ਹੂ ਕੇਮ ਟੂ ਯੋਰ ਰੈਸਕਿਊ। ਜਦੋਂ ਫੌਜ 'ਤੇ ਸੀ ਉਦੋਂ ਵੀ ਕਰਦੇ ਰਹੀ, ਜਾਨ 'ਤੇ ਬਾਜੀ ਲਾਉਂਦੇ ਰਹੇ। ਹੁਣ ਜਦੋਂ ਵੈਨ ਯੂ ਨੀਡਡ ਇਟ ਯੂ ਕਾਲਡ ਹਿਮ। ਇਹ ਉਹਨਾਂ ਕੋਲ ਨਹੀਂ ਸੀਗੇ, ਇਹਨਾਂ ਉਸ ਟਾਈਟ ਸਿਚੁਏਸ਼ਨ ਦੇ ਵਿੱਚ ਇਹਨਾਂ ਅਰੇਂਜ ਕਰਕੇ ਦਿੱਤਾ। ਹੁਣ ਤੁਸੀਂ ਸਾਰੇ ਮੌਜ ਮੇਲੇ ਕਰਕੇ ਫਿਰ ਦੈਨ ਵਰਸਟ ਪਾਰਟ ਇਜ਼ ਪੈਸੇ ਤੁਸੀਂ ਦੇਣੇ ਨੇ ਅਤੇ ਮੰਗਣ ਇਹਨਾਂ ਤੋਂ ਲਿਓ। ਤੇ ਕਿਹੜੀ ਗੱਲ ਦੇ ਇਹ ਸਿਚੁਏਸ਼ਨ ਬਣੇ ਹੀ ਕਿਉਂ? ਨਾਲੇ ਜੋ ਰਿਟਾਇਰਮੈਂਟ ਦੇ ਬਾਅਦ ਇਹ ਦੇਖੋ ਪਸੀਨਾ ਲੈ ਰਹੇ, ਭੱਜੇ ਮੈਂ ਭੱਜਿਆ। ਇਹ ਸੱਚੀ ਰਿਟਾਇਰਡ ਜ਼ਿੰਦਗੀ ਇਸ ਲਈ ਰਹੇ ਆਪਾਂ ਕਿ ਕੀਤੀ ਸੀ ਕਿ ਅਖੀਰ ਸੇ ਇਹ ਤਾਂ ਇੱਕ ਬੜੀ ਅਹਿਮ ਚੀਜ਼ ਜਿਵੇਂ ਇਹ ਜ਼ਿਕਰ ਕਰ ਰਹੇ ਸੀਗੇ, ਕਹਿੰਦੇ ਕਿ ਭਰੋਸਾ ਕਰ ਲਿਆ ਨਾਲ, ਕਿਉਂਕਿ ਫੌਜੀ ਸਾਥੀ ਸੀਗੇ ਉਹਨਾਂ 'ਤੇ ਵੀ ਭਰੋਸਾ ਕਰ ਲਿਆ। ਕੈਪਟਨ ਅਮਰਿੰਦਰ ਸਿੰਘ ਵੀ ਫੌਜ ਦੇ ਵਿੱਚ ਰਹੇ ਨੇ, ਉਹਨਾਂ 'ਤੇ ਵੀ ਭਰੋਸਾ ਕਰ ਲਿਆ। ਹੁਣ ਕੀ ਲੋਕ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਅਫਸਰ ਨੇ, ਜਿਹੜੇ ਸਾਥੀ ਅਫਸਰ ਨੇ, ਉਹਨਾਂ 'ਤੇ ਭਰੋਸਾ ਕਰਨਾ ਛੱਡ ਦੇਣ? ਤੁਹਾਡੇ ਹਿਸਾਬ ਨਾਲ ਇਹ ਹਾਲਾਤ ਬਣ ਗਏ ਨੇ? ਦੇਖੋ ਜੀ, ਭਰੋਸਾ ਛੱਡੇਗਾ ਤਾਂ ਨਹੀਂ, ਪਰ ਇੱਕ ਜਿੱਥੇ ਡਾਊਟ ਵਿੱਚ ਆ ਜਾਏ ਨਾ, ਫਿਰ ਉਹਦੀ ਨਾ ਉਹ ਕੀਮਤ ਨਹੀਂ ਰਹਿੰਦੀ। ਸੋ ਇਹ ਡਾਊਟ ਜਿਹੜਾ ਵਿਚਾਰੇ ਪਾ ਰਹੇ ਨੇ, ਇਹ ਪਾ ਰਹੇ ਨੇ, ਅਜੇ ਉਮੀਦ ਹੈ ਕਿ ਪਿਆ ਨਹੀਂ। ਪਰ ਜੇ ਇੱਕ ਵਾਰੀ ਡਾਊਟ ਪੈ ਗਿਆ ਕਿ ਸੀਨੀਅਰਾਂ ਨੇ ਤੁਹਾਡੇ ਇੰਝ ਕਰਨਾ ਹੈ ਔਰ ਡਾਊਟ ਪੈ ਗਿਆ, ਦਿਸ ਵਿਲ ਬੀ ਵੈਰੀ ਬੈਡ ਫॉर द ਆਰਮੀ ਮਤਲਬ ਕੰਟਰੀ। ਇੱਕ 2 ਕਰੋੜ ਨੇ ਪਤਾ ਨਹੀਂ ਕਿੰਨੇ ਅਰਬਾਂ ਦਾ ਨੁਕਸਾਨ ਕਰਨਾ ਹੈ। ਵੈਸੇ ਲੱਗਦਾ ਕਿ ਬੜਾ ਸਿੰਪਲ ਜਿਹਾ ਮਾਮਲਾ ਹੈਗਾ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਲਈ ਜਾਂ ਉਹਨਾਂ ਦੇ ਸਾਥੀਆਂ ਲਈ 2-3 ਕਰੋੜ ਰੁਪਏ ਦੀ ਜਿਹੜੀ ਕੀਮਤ ਆ ਕੋਈ ਜ਼ਿਆਦਾ ਨਹੀਂ ਹੁੰਦੀ। ਮੈਨੂੰ ਲੱਗਦਾ ਕਿ ਉਹਨਾਂ ਨੂੰ ਮਾਮਲਾ ਸਾਫ਼ ਕਰ ਦੇਣਾ ਚਾਹੀਦਾ। 100% ਯਾਰ, ਵਿਦਆਊਟ ਅ ਬਲਿੰਕ ਆਫ ਆਈ, ਵਿਦ ਅ ਸੈਕੰਡ ਥਾਟ ਦੀ ਲੋੜ ਹੀ ਨਹੀਂ ਹੋਣ ਪੈਂਦੀ। 4ਥਾ ਸਾਲ ਚੱਲ ਰਿਹਾ, 4ਥਾ ਸਾਲ। ਲੱਗ ਹੁਣ ਪੁੱਛ ਰਹੇ ਹੋ ਜੀ ਤਾਂ ਤੁਸੀਂ ਰਿਨਿਊਅਲ ਆਊਟਸੋਰਸਿੰਗ ਵੀ ਕਰਦੇ ਕਿ ਯਾਰ ਪਹਿਲਾ ਸਾਲ ਤੇ ਭਰੋਸੇ ਹੀ ਚਲਾ ਜਾਂਦਾ ਹੈ। ਤੁਹਾਨੂੰ ਪਤਾ ਹੈ ਹਾਂ ਜੀ ਕੱਲ੍ਹ ਆਈ ਪਰਸੋਂ ਆਈ, ਜਦੋਂ ਜਾਓ ਸਾਫ ਹੈ ਨਹੀਂ। ਨਾਓ ਐਨ ਨੰਬਰ ਆਫ ਟਾਈਮ ਵੈਨ ਅਨਿਲ ਆਪਣਾ ਗਏ ਨੇ ਉੱਥੇ, ਹੀ ਨੋਜ਼ ਇਜ਼ ਦੈਟ ਬੌਸ ਇਜ਼ ਸਿਟਿੰਗ ਇਨਸਾਈਡ। ਉਹ ਬਸ਼ਰਮਾ ਮੰਗ ਰਿਹਾ ਜੋ ਵੀ ਗਾਰਡ ਨੇ, ਚਲੋ ਵੀ ਮਜਬੂਰ ਨੇ, ਨਹੀਂ ਸਰ ਸਾਹਿਬ ਇੱਥੇ ਨਹੀਂ ਨੇ। ਇਹ ਗੱਲਾਂ ਨੇ ਕੋਈ ਕਰਾ ਕੇ ਜਾਂਦੀਆਂ। ਸੋ ਦਿਸ ਇਜ਼ ਅ ਨੌਨਸੈਂਸ, ਇਟ ਮਸਟ ਐਂਡ। ਮੈਂ ਇੱਕ ਵਾਰੀ ਆਪਣਾ ਐਡ ਜ਼ਰੂਰ ਕਰ ਦਿਆਂ, ਲਾਈਕ ਐਡੀਸ਼ਨਲ ਜਨਰਲ ਸੈਕਟਰੀ ਮੈਂ ਪੰਜਾਬੀ ਮੰਚ। ਤੁਹਾਨੂੰ ਦਾ ਪਤਾ ਹੈ ਸਾਡੇ ਉੱਥੇ ਜੋ ਸਰਪ੍ਰਸਤ ਆਪਣੇ DSP ਬਲਵਿੰਦਰ ਸਿੱਖੋਂ, ਉਹ 5 ਸਾਲ ਲੜੇ। ਡਰੱਗਸ ਜਿਹੜਾ ਸਭ ਤੋਂ ਵੱਡਾ ਇਸ਼ੂ ਪੰਜਾਬ ਦਾ ਸੀ, 5 ਸਾਲ ਲੜ ਕੇ ਆਪਾਂ ਲਿਫਾਫੇ ਖੁਲਵਾ ਲਏ। 4 ਸਾਲ ਇਹਨਾਂ ਦੇ ਹੋਏ ਨੇ, ਹੁਣ ਅਸੀਂ ਇਹਦੇ ਨਾਲ ਹਾਂ, ਸਾਲ ਅੱਗੇ ਹੋਰ ਨਹੀਂ ਲੱਗਣ ਦਿਆਂਗੇ। ਸੋ ਵੀ ਆਰ ਕਮਿਟਡ ਵਿਦ ਹਿਮ ਐਂਡ ਜਿਹਨੂੰ ਕਹਿੰਦਾ ਕਿ ਸਰਫਰੋਸ਼ੀ ਕੀ ਤਮੰਨਾ, ਤੁਹਾਡਾ ਅਸੀਂ ਜ਼ੋਰ ਵੇਖ ਲਾਂਗੇ। ਸੋ ਅਸੀਂ ਕੋਈ ਮੰਗ ਨਹੀਂ ਰਹੇ ਯਾਰ, ਆਪਾਂ ਇਨਸਾਫ ਮੰਗ ਰਹੇ ਹਾਂ। ਵੀ ਆਰ ਆਸਕਿੰਗ ਫॉर ਆਵਰ ਡਿਊਜ਼, ਬ੍ਰਦਰ ਦੇ ਡਿਊਜ਼। ਉਹ ਕਲੀਅਰ ਕਰੋ ਤੇ ਖੁਸ਼ ਰਹੋ, ਤੁਸੀਂ ਆਪਣੀ ਜਗ੍ਹਾ, ਅਸੀਂ ਆਪਣੀ ਜਗ੍ਹਾ। ਵੇਅਰ ਇਜ਼ ਦ ਪ੍ਰੋਬਲਮ ਹੈ? ਅੱਛਾ, ਇੱਕ ਗੱਲ ਮੈਂ ਹੋਰ ਚਲੋ ਐਡ ਕਰ ਦਿੰਦੇ ਵਿੱਚ, ਪਰ ਕੀ ਨਾ ਚਹਿਲ ਸਾਹਿਬ ਵਿਜੀਲੈਂਸ ਦੇ ਧੱਕੇ ਖਾਂਦੇ ਪਏ ਹੋ, ਇੱਕ ਧੱਕਾ ਤੁਹਾਡਾ ਹੋਰ ਵੜ ਜਾਣਾ ਦੇ ਵਿੱਚ।
ਸੋ ਵੇਕ ਅਪ ਇਨ ਟਾਈਮ। ਤੇ ਇੱਕ ਗੁਜ਼ਾਰਿਸ਼ ਆਪਣਾ ਸੀਐਮ ਸਾਹਿਬ ਨੂੰ, ਮਾਨ ਸਾਹਿਬ ਨੂੰ, ਉਹ ਅਨਸਾਰੀ ਬਦਮਾਸ਼ਾ ਦਾ ਕਿੱਸਾ ਛੱਡੋ, ਉਹ ਬੰਜਾ ਛੱਡੋ। ਹੇਅਰ ਇਜ਼ ਏ ਫੌਜੀ, ਇਹਨਾਂ ਦੇ ਨਾਲ ਖਲੋਵੋ, ਇਹਨਾਂ ਦੇ ਕੰਮ ਨੂੰ ਪ੍ਰਾਇੋਰਟੀ ਦਿਓ, ਇਹ ਕਿੱਸਾ ਕਰਾਓ। ਯੂ ਕੈਨ ਈਜ਼ੀਲੀ ਗੈਟ ਇਟ ਡਨ, ਕਿਉਂਕਿ ਜਿਹੜੇ ਜ਼ੋਰ ਪਾ ਰਹੇ ਨੇ ਉਹ ਅੱਜ ਤੁਹਾਡੇ ਹੇਠਾਂ ਨੇ। ਤੋ ਵੀ ਕਾਊਂਟ ਔਨ ਯੂ। ਮਾਨ ਸਾਹਿਬ ਤੁਹਾਡੀ ਵੀ ਸ਼ਾਨਦਾਰ ਇਹਦੇ 'ਚ ਸਵਾਲ ਹੈ। ਤੋ ਵੀ ਐਕਸਪੈਕਟ ਇਨਸਾਫ, ਨਥਿੰਗ ਬਟ ਇਨਸਾਫ। ਅਨਿਲ ਜੀ, ਅਖੀਰ ਤੇ ਜਿਸ ਤਰੀਕੇ ਨਾਲ ਇਹ ਪੂਰਾ ਕੇਸ ਸਮਝਦੇ ਆ ਤਾਂ ਇਹਦੇ ਵਿੱਚ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਤੁਸੀਂ ਕੋਸ਼ਿਸ਼ ਕੀਤੀ, ਬਾਰ-ਬਾਰ ਕੋਸ਼ਿਸ਼ ਕੀਤੀ, ਪਰ ਉਹ ਕੋਸ਼ਿਸ਼ ਸਫਲ ਨਹੀਂ ਹੋਈ। ਹੁਣ ਮੌਜੂਦਾ ਮੁੱਖ ਮੰਤਰੀ, ਜਿਵੇਂ ਕੈਪਟਨ ਸਾਹਿਬ ਨੇ ਜ਼ਿਕਰ ਕੀਤਾ ਕਿ ਉਹਨਾਂ ਤੱਕ ਪਹੁੰਚ ਕੀਤੀ ਜਾ ਸਕਦੀ ਹੈਗੀ। ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਬਾਰੇ ਕੈਪਟਨ ਦੀ ਥਾਂ ਅਸੀਂ ਹੁਣ ਸੀਐਮ ਤੱਕ ਪਹੁੰਚ ਕਰੀਏ, ਸੀਐਮ ਮਾਨ ਤੱਕ ਪਹੁੰਚ। ਮੈਂ ਸੀਐਮ ਪੋਰਟਲ ਤੇ ਕੰਪਲੇਂਟ ਕੀਤੀ, ਕੱਲ ਵੀ ਮੈਂ ਕੰਪਲੇਂਟ ਪਾਈ, ਉਸ ਤੋਂ ਪਹਿਲਾਂ ਵੀ ਇਹਨਾਂ ਨੂੰ ਚਿੱਠੀ ਭੇਜੀ ਸੀ ਸੀਐਮ ਸੈਕਟਰੀਏਟ, ਪਰ ਹਜੇ ਤੱਕ ਮੈਨੂੰ ਕੋਈ ਰਿਸਪੌਂਸ ਨਹੀਂ ਆਇਆ। ਜਿੱਦਾਂ ਕੈਪਟਨ ਗੁਰਦੀਪ ਘੁੰਮਣ ਸਾਹਿਬ ਨੇ ਦੱਸਿਆ ਕਿ ਰਜਿੰਦਰ ਗੁਪਤਾ ਇਸ ਟਾਈਮ ਪੰਜਾਬ ਗਵਰਨਮੈਂਟ ਦੇ ਵਿੱਚ ਹੀ ਹੈ, ਇਹਨਾਂ ਦੇ ਨਾਲ ਹੀ ਹੈ। ਸੋ ਹਾਊ ਕਮ ਆਈ ਐਮ ਵੈਰੀ ਸਰਪ੍ਰਾਈਜ਼ ਕਿ ਹਰ ਗਵਰਨਮੈਂਟ ਦੇ ਵਿੱਚ ਉਹ ਇੱਕੋ ਪੋਸਟ ਰਹਿੰਦਾ ਹੈ। ਆਈ ਮੀਨ ਹੀ ਮਸਟ ਬੀ ਅ ਜੀਨੀਅਸ ਈਦਰ ਔਰ ਦੇਰ ਇਜ਼ ਸਮਥਿੰਗ ਐਲਸ। ਤੇ ਜੇ ਉਹ ਉਹਨਾਂ ਦੀ ਗਵਰਨਮੈਂਟ ਦੇ ਵਿੱਚ ਹੈਗਾ ਹੈ, ਸਾਰਾ ਕੁਝ ਉਹਨੇ ਖੁਲਾਸਾ ਕਰਤਾ, ਉਹ ਮੇਰੇ ਵਰਗੇ ਬੰਦੇ ਤੇ ਝੂਠੇ ਕੇਸ ਪਾ ਰਿਹਾ ਹੈ, ਮੇਰੇ ਤੋਂ ਪੈਸੇ ਵਾਪਸ ਮੰਗ ਰਿਹਾ ਹੈ। ਤੇ ਆਈ ਥਿੰਕ ਦ ਪ੍ਰੈਜ਼ੈਂਟ ਚੀਫ ਮਿਨਿਸਟਰ ਮਸਟ ਲੁੱਕ ਇਨਟੂ ਦਿਸ, ਬਿਕੋਜ਼ ਇਹ ਉਹਨਾਂ ਦਾ ਵੀ ਸਵਾਲ। ਉਹ ਆਮ ਆਦਮੀ ਕਹਿੰਦੇ, ਅਸੀਂ ਆਮ ਆਦਮੀ ਅਸੀਂ ਹੈਗੇ। ਜਿਹੜੀ ਤੁਸੀਂ ਪੋਰਟਲ ਤੇ ਕੰਪਲੇਂਟ ਕੀਤੀ ਉਹਦਾ ਕੋਈ ਫੀਡਬੈਕ ਆਇਆ, ਰਿਪਲਾਈ ਆਇਆ? ਨਹੀਂ ਜੀ, ਨਹੀਂ, ਕੋਈ ਨਹੀਂ ਆਇਆ। ਮੈਂ ਇਹਨਾਂ ਨੂੰ ਰਿਟਰਨ ਕੰਪਲੇਂਟ ਵੀ ਸੀਐਮ ਸੈਕਟਰੀਏਟ ਭੇਜੀ ਹੈ, ਮੇਰੇ ਲਾਇਰਸ ਨੇ ਵੀ ਭੇਜੀ ਹੈ, ਪਰ ਨਥਿੰਗ ਹੈਜ਼ ਕਮ। ਹੁਣ ਕੀ ਆਸ ਕੀ ਕਰ ਰਹੇ ਹੋ, ਕਿਉਂਕਿ ਅਦਾਲਤਾਂ ਦਾ ਰੁਖ ਵੀ ਕਰਨਾ ਪੈ ਗਿਆ, ਥਾਣਿਆਂ ਦੀ ਸੈਰ ਵੀ ਤੁਹਾਡੀ ਹੋ ਗਈ ਹੈ, ਤਾਂ ਲੱਗਦਾ ਕਿ ਇੱਕ ਫੌਜੀ ਦੇ ਲਈ ਇਹ ਸਭ ਤੋਂ ਮਾੜੀ ਗੱਲ ਹੁੰਦੀ ਹੈ ਕਿ ਉਹਨੂੰ ਇਸ ਤਰੀਕੇ ਨਾਲ ਰਿਟਾਇਰਮੈਂਟ ਤੋਂ ਬਾਅਦ ਅਦਾਲਤਾਂ ਦੇ ਵੀ ਚੱਕਰ ਕੱਟਣੇ ਪੈਣ ਤੇ ਥਾਣਿਆਂ ਦੇ ਵਿੱਚ ਵੀ ਜਾਣਾ ਪਵੇ? ਦੇਖੋ, ਮੈਂ ਥਾਣੇ ਗਿਆ, ਇਕਨੋਮਿਕ ਅਫੈਂਸ ਵਿੰਗ 'ਚ ਗਿਆ, ਉੱਥੇ ਉਹਨਾਂ ਨੇ ਮੇਰੀ ਗੱਲ ਸੁਣੀ ਬੜੇ ਧਿਆਨ ਨਾਲ। ਹੁਣ ਜੱਜ ਸਾਹਿਬ ਨੇ ਕੀ ਫੈਸਲਾ ਦੇਣਾ ਹੈ, ਦੇਖੋ, ਉਮੀਦ ਤਾਂ ਸਾਨੂੰ ਪੂਰੀ ਹੈ। ਬਾਕੀ ਹੀ ਇਜ਼ ਆਲਸੋ ਅ ਜਸਟਿਸ, ਹੀ ਇਜ਼ ਸਿਟਿੰਗ ਔਨ ਦੀ ਚੇਅਰ ਆਫ ਜਸਟਿਸ, ਉਹ ਵੀ ਸਾਰਾ ਕੁਝ ਪ੍ਰੂਫ ਉਹਨਾਂ ਦੇ ਸਾਹਮਣੇ ਹੈ। ਹੁਣ ਮੈਨੂੰ ਉਹਨਾਂ ਤੋਂ ਇਹੀ ਹੈ ਕਿ ਆਪਣੇ ਦਿਲ ਤੇ ਹੱਥ ਰੱਖ ਕੇ ਜਿਹੜਾ ਕਰੈਕਟ ਫੈਸਲਾ ਉਹ ਕਰਨ। ਇਹ ਸਨ ਅਨਿਲ ਰਾਜ ਜੀ, ਤੇ ਬੜੇ ਬੇਬਾਕ ਢੰਗ ਦੇ ਨਾਲ ਇਹਨਾਂ ਨੇ ਆਪਣਾ ਪੱਖ ਰੱਖਿਆ ਕਿ ਬਹੁਤ ਸਾਰੀਆਂ ਚਿੰਤਾਵਾਂ ਨੇ, ਬਹੁਤ ਸਾਰੀਆਂ ਦਿੱਕਤਾਂ ਨੇ ਇਸ ਵਕਤ। ਜਿਸ ਤਰੀਕੇ ਦੇ ਹਾਲਾਤ ਨੇ ਉਹਨਾਂ ਦੇ ਵਿੱਚੋਂ ਇਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਸਾਡੇ ਨਾਲ ਧੋਖਾ ਹੋਇਆ ਹੈਗਾ। 3 ਕਰੋੜ ਦੀ ਇੱਕ ਕੀਮਤ ਜਿਹੜੀ ਹੈਗੀ ਉਹ ਅਦਾ ਕਰਨੀ ਬਾਕੀ ਹੈਗੀ ਹੈ। ਸੈਰਾਂ ਬਹੁਤ ਹੋਈਆਂ ਨੇ, ਹੈਲੀਕਾਪਟਰ ਦੇ ਝੂਟਿਆਂ ਦਾ ਹੀ ਜ਼ਿਕਰ ਅਕਸਰ ਚੰਦਾ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ। ਜਹਾਜ਼ਾਂ ਦਾ ਹੁਣ ਜ਼ਿਕਰ, ਕਿਉਂਕਿ ਉਸ ਵੇਲੇ ਅਵੇਲੇਬਿਲਟੀ ਨਹੀਂ ਸੀ ਤਾਂ ਇਸ ਕਰਕੇ ਜਹਾਜ਼ਾਂ ਦਾ ਵੀ ਜ਼ਿਕਰ ਹੋਇਆ। ਤਾਂ ਕੀ ਇਹਨਾਂ ਦੀ ਅਦਾਇਗੀ ਕਰਨੀ ਜਿਹੜੇ ਸਿਆਸਤਦਾਨਾਂ ਨੇ ਇਹਨਾਂ ਨੂੰ ਵਰਤਿਆ ਹੈਗਾ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਾਂ ਨਹੀਂ ਬਣਦੀ? ਇਹ ਤੁਸੀਂ ਵੀ ਆਪਣੇ ਕਮੈਂਟ ਸਾਡੇ ਨਾਲ ਜ਼ਰੂਰ ਸਾਂਝੇ ਕਰਨਾ। ਫਿਲਹਾਲ ਤੁਹਾਡੇ ਤੋਂ ਅੱਗੇ ਆਉਣੀ ਹੈ ਸਹਿਯੋਗੀ ਹਰਜਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਨਿਊਜ਼ ਓਨਲੀ, ਚੰਡੀਗੜ੍ਹ।